रब दी ते सूरत यार दी होवे। इबादत रब दी ते सूरत यार दी होवे। सजदा रब नू ते रस्म प्यार दी होवे। इश्क दे मजहब दी की गल करिए, इश्क दे मजहब दी जी की गल करिए। याद रब नू करिए, याद रब नू करिए ते दीदार यार दे होवे। सत श्री अकाल जी, मैं सरबजीत सिंह ढक्क। सब तो पहला थोड़े ਲਈ एक छोटी जी कहानी। कहानी है किसान दी कि एक किसान एक अनाज दी कोठी विच काम कर रहा हुंदा ते काम करदे करदे ਉਹਦੀ ਕਿਤੇ ਘੜੀ ਗਵਾਚ ਜਾਂਦੀ ਹੈ ਤੇ ਜਦੋਂ ਉਹਨੂੰ ਪਤਾ ਲੱਗਦਾ ਉਹਨੂੰ ਬੜਾ ਦੁੱਖ ਹੁੰਦਾ ਕਿ ਮੇਰੀ ਘੜੀ ਗਵਾਚ ਗਈ ਹੈ ਤੇ ਉਹ ਕੋਸ਼ਿਸ਼ ਕਰਦਾ ਲੱਭਣ ਦੀ, ਕਿਉਂਕਿ ਉਸ ਘੜੀ ਦੇ ਨਾਲ ਉਹਦੀ ਕਾਫੀ ਭਾਵਨਾਵਾਂ ਜੁੜੀਆਂ ਸੀ, ਕਿਉਂਕਿ ਉਹ ਘੜੀ ਉਹਦੇ ਪਿਤਾ ਜੀ ਨੇ ਉਹਨੂੰ ਦਿੱਤੀ ਸੀ, ਇਸ ਕਰਕੇ ਉਸ ਘੜੀ ਦੇ ਨਾਲ ਉਹਨੂੰ ਬਹੁਤ ਲਗਾਵ ਸੀ। ਤੇ ਜਦੋਂ ਉਹਨੂੰ ਪਤਾ ਲੱਗਦਾ ਕਿ ਮੇਰੇ ਹੱਥ ਤੇ ਘੜੀ ਨਹੀਂ ਹੈ ਤੇ ਉਹ ਲੱਭਣ ਲੱਗ ਜਾਂਦਾ ਉਸ ਕੋਠੜੀ ਵਿੱਚ, ਪਰ ਉਹਨੂੰ ਕਿਤੇ ਵੀ ਘੜੀ ਨਹੀਂ ਮਿਲਦੀ, ਬੜਾ ਉਦਾਸ ਹੋ ਜਾਂਦਾ। ਤੇ ਜਦੋਂ ਕੋਠੀ ਤੋਂ ਬਾਹਰ ਆਂਦਾ ਉਹ ਕੋਠੜੀ ਤੋਂ ਤੇ ਦੇਖਦਾ ਕੁਝ ਬੱਚੇ ਬਾਹਰ ਖੇਡ ਰਹੇ ਆ ਤੇ ਉਹਨਾਂ ਨੂੰ ਕਹਿੰਦਾ, ਬੁਲਾ ਕੇ ਕਹਿੰਦਾ, ਬੱਚਿਓ ਮੇਰੀ ਘੜੀ ਅੰਦਰ ਗਵਾਚ ਗਈ ਹੈ, ਜੇ ਤੁਸੀਂ ਲੱਭ ਕੇ ਲਿਆਓਗੇ ਤਾਂ ਮੈਂ ਤੁਹਾਨੂੰ ਇਨਾਮ ਦਊਂਗਾ। ਬੱਚੇ ਬੜੇ ਖੁਸ਼ ਹੋਏ ਤੇ ਸਾਰੇ ਜਿਹੜੇ 5-7 ਬੱਚੇ ਸੀ ਉਹ ਅੰਦਰ ਚਲੇ ਗਏ ਕੋਠੜੀ ਵਿੱਚ ਤੇ ਘੜੀ ਲੱਭਣ ਲੱਗ ਪਏ, ਪਰ ਉਹਨਾਂ ਨੂੰ ਘੜੀ ਨਹੀਂ ਮਿਲੀ ਤੇ ਉਹ ਖਾਲੀ ਹੱਥ ਬਾਹਰ ਆ ਗਏ। ਚਲੋ ਉਹ ਜਿਹੜਾ ਕਿਸਾਨ ਸੀ ਉਹ ਫੇਰ ਉਦਾਸ ਬੈਠਾ ਰਿਹਾ। ਲੇਕਿਨ ਉਸ ਤੋਂ ਬਾਅਦ ਕੁਝ ਇੱਕ ਬੱਚਾ ਵਾਪਸ ਮੁੜ ਕੇ ਆਇਆ ਤੇ ਕਹਿੰਦਾ ਮੈਨੂੰ ਇੱਕ ਮੌਕਾ ਹੋਰ ਦਿਓ, ਸ਼ਾਇਦ ਮੈਂ ਘੜੀ ਲੱਭ ਕੇ ਲੈ ਕੇ ਆ ਸਕਾਂ। ਤੇ ਕਿਸਾਨ ਕਹਿੰਦਾ ਠੀਕ ਹੈ, ਜਾ ਫੇਰ ਲੱਭ ਲਾ। ਤੇ ਉਹ ਬੱਚਾ ਫੇਰ ਕੋਠੜੀ ਚਲੇ ਜਾਂਦਾ ਤੇ ਕੋਠੜੀ ਜਾ ਕੇ ਥੋੜੀ ਦੇਰ ਬਾਅਦ ਉਹ ਘੜੀ ਲੈ ਕੇ ਬਾਹਰ ਆ ਜਾਂਦਾ ਤੇ ਇਹ ਕਿਸਾਨ ਬੜਾ ਖੁਸ਼ ਵੀ ਹੁੰਦਾ ਤੇ ਬੜਾ ਇਹਨੂੰ ਆਸ਼ਚर्य ਹੁੰਦਾ ਵੀ ਗੱਲ ਕੀ ਹੈ, ਬੱਚਾ ਘੜੀ ਕਿੱਦਾਂ ਲੱਭ ਲਿਆ। ਪਹਿਲਾਂ 6-7 ਬੱਚੇ ਗਏ ਨਹੀਂ ਲੱਭ ਕੇ ਲਿਆਏ ਤੇ ਉਹਨੇ ਪੁੱਛਦਾ, ਕਹਿੰਦਾ ਬੇਟਾ ਵੀ ਮੈਨੂੰ ਇਹ ਦੱਸ ਤੂੰ ਘੜੀ ਲੱਭੀ ਕਿੱਦਾਂ। ਉਹ ਕਹਿੰਦਾ ਕੁਛ ਨਹੀਂ ਜੀ, ਮੈਂ ਜਦੋਂ ਅੰਦਰ ਗਿਆ ਕੋਠੜੀ ਵਿੱਚ ਮੈਂ ਇੱਕਦਮ ਚੁੱਪ ਕਰਕੇ ਆਪਣੇ ਮਨ ਨੂੰ ਸ਼ਾਂਤ ਕਰਕੇ ਇੱਕ ਪਾਸੇ ਖੜ ਗਿਆ ਔਰ ਇਸ ਘੜੀ ਦੀ ਟਿਕ ਟਿਕ ਦੀ ਆਵਾਜ਼ ਸੁਣਦਾ ਰਿਹਾ ਵੀ ਕਿੱਥੋਂ ਆ ਰਹੀ ਹੈ। ਤੇ ਜਦੋਂ ਮੈਨੂੰ ਆਵਾਜ਼ ਸੁਣੀ ਤੇ ਮੈਂ ਜਾ ਕੇ ਉਹ ਘੜੀ ਉੱਥੋਂ ਚੱਕ ਲਈ। ਕਹਾਣੀ ਬਹੁਤ ਛੋਟੀ ਜੀ ਹੈ ਲੇਕਿਨ ਸਾਨੂੰ ਇੱਕ ਸਿੱਖਿਆ ਬਹੁਤ ਬੜੀ ਦਿੰਦੀ ਹੈ। ਹੁਣ ਇਹ 'ਚ ਸਿੱਖਿਆ ਸਾਨੂੰ ਇਹ ਮਿਲਦੀ ਹੈ ਕਿ ਸਾਡੀ ਜ਼ਿੰਦਗੀ 'ਚ ਵੀ ਮੁਸ਼ਕਲਾਂ ਬਹੁਤ ਆਉਂਦੀਆਂ, ਪਰ ਅਸੀਂ ਉਸ ਵੇਲੇ ਇੱਕਦਮ ਨਾ ਦੁਖੀ ਹੋ ਜਾਂਦੇ ਹਾਂ, ਪਤਾ ਨਹੀਂ ਕੀ ਹੋ ਗਿਆ ਸਾਨੂੰ। ਅਸੀਂ ਆਪਣੇ ਜਦੋਂ ਸਾਨੂੰ ਕੋਈ ਮੁਸੀਬਤ ਆਵੇ ਨਾ, ਸਾਨੂੰ ਇਹ ਕਹਾਣੀ ਦੱਸਦੀ ਹੈ ਕਿ ਸਾਨੂੰ ਸ਼ਾਂਤ ਮਨ ਨਾਲ ਐਨ ਆਪਣੇ ਦਿਲ ਨੂੰ ਸ਼ਾਂਤ, ਦਿਮਾਗ ਨੂੰ ਸ਼ਾਂਤ ਕਰਕੇ ਫਿਰ ਸੋਚਣਾ ਚਾਹੀਦਾ ਕਿ ਅਸੀਂ ਇਸ ਮੁਸ਼ਕਲ ਦਾ ਹੱਲ ਕਿੱਦਾਂ ਪਾਈਏ। ਇਸ ਭੀੜ ਭੜੀ ਦੁਨੀਆ 'ਚ ਆਪਾਂ ਤੁਰਦੇ ਫਿਰਦੇ ਹਾਂ ਜਿੱਦਾਂ ਸਭ ਇੱਕ ਮਸ਼ੀਨਰੀ ਤਰ੍ਹਾਂ ਕੰਮ ਕਰ ਰਹੇ ਹਾਂ, ਪਰ ਸਾਨੂੰ ਚਾਹੀਦਾ ਟਾਈਮ ਆਪਣੇ ਲਈ ਵੀ ਕੱਢਣਾ। ਕੁਛ ਪਲ ਹੀ ਸਹੀ ਦਿਨ ਤੇ, ਲੇਕਿਨ ਟਾਈਮ ਕੱਢ ਕੇ ਸਾਨੂੰ ਆਪਣੇ ਬਾਰੇ ਸੋਚਣਾ ਚਾਹੀਦਾ ਹੈ। ਮਨ ਨੂੰ ਸ਼ਾਂਤ ਕਰਕੇ, ਦਿਮਾਗ ਨੂੰ ਬਿਲਕੁਲ ਠੰਡਾ ਰੱਖ ਕੇ ਆਪਣੇ ਬਾਰੇ ਸੋਚਣਾ ਚਾਹੀਦਾ ਵੀ ਅਸੀਂ ਕੀ ਕਰ ਰਹੇ ਹਾਂ ਤੇ ਅੱਗੇ ਕਿੱਦਾਂ ਕਰਨਾ। ਕਿਉਂਕਿ ਫਿਰ ਇਹ ਨਾ ਹੋਵੇ ਜਦੋਂ ਜਾਣ ਦੀ ਵਾਰੀ ਆਵੇ ਤਾਂ ਅਸੀਂ ਸੋਚੀਏ ਯਾਰ ਹੁਣ ਤਾਂ ਅਸੀਂ ਜ਼ਿੰਦਗੀ 'ਚ ਕੁਛ ਕੀਤਾ ਹੀ ਨਹੀਂ, ਆਪਣੇ ਲਈ ਤਾਂ ਕੋਈ ਟਾਈਮ ਕੱਢਿਆ ਨਹੀਂ, ਸਿਰਫ ਅਸੀਂ ਬਸ ਇਸ ਜਿੱਦਾਂ ਦੁਨੀਆਦਾਰੀ 'ਚ ਪੈ ਰਹੇ ਹਾਂ ਤੇ ਇਹੀ ਕੰਮ ਕਰਦੇ ਰਹੇ ਹਾਂ। ਸੋ ਇਹ ਕਹਾਣੀ ਸਾਨੂੰ ਇਹ ਦੱਸਦੀ ਹੈ ਕਿ ਕੁਛ ਨਾ ਕੁਛ ਟਾਈਮ ਆਪਣੇ ਲਈ ਜ਼ਰੂਰ ਕੱਢਣਾ ਚਾਹੀਦਾ ਹੈ, ਚਾਹੇ ਜਿੰਨੀਆਂ ਮਰਜ਼ੀ ਮੁਸ਼ਕਲਾਂ ਆਉਣ। ਆਪਣੇ ਦਿਮਾਗ ਨੂੰ, ਆਪਣੇ ਮਨ ਨੂੰ ਠੰਡਾ ਕਰਕੇ, ਸ਼ਾਂਤ ਰੱਖ ਕੇ ਫਿਰ ਉਸ ਮੁਸ਼ਕਲਾਂ ਦਾ ਹੱਲ ਕਰਨਾ ਚਾਹੀਦਾ ਤੇ ਜ਼ਿੰਦਗੀ ਨੂੰ ਜਿਉਣਾ ਚਾਹੀਦਾ। ਇਹ ਸੀ ਅੱਜ ਦੀ ਕਹਾਣੀ ਦੋਸਤੋ। ਤੇ ਹੁਣ ਵੇਲਾ ਹੈ ਅੱਜ ਦੇ ਮਹਿਮਾਨ ਨਾਲ ਮਿਲਾਉਣ ਦਾ। ਅੱਜ ਦੇ ਮਹਿਮਾਨ ਸਾਡੇ ਨਾਲ ਇੰਡੀਆ ਤੋਂ ਜੁੜੇ ਨੇ। ਇਸ ਕਵਿਤਰੀ ਦੀ ਮੈਂ ਜੇ ਗੱਲ ਕਰਾਂ, ਇਸ ਗਾਇਕਾ ਦੀ ਗੱਲ ਕਰਾਂ, ਕਿਉਂਕਿ ਕਵਿਤਰੀ ਦੇ ਨਾਲ ਨਾਲ ਗਾਇਕਾ ਵੀ ਨੇ, ਇਹਨਾਂ ਨੇ ਗੀਤ ਵੀ ਗਾਏ ਨੇ ਔਰ ਇੱਕ ਛੋਟੇ ਜਿਹੇ ਪਿੰਡ ਢੁੱਗਾ ਕਲਾਂ ਜੋ ਹੁਸ਼ਿਆਰਪੁਰ ਵਿੱਚ ਹੈ ਉੱਥੋਂ ਇਹ ਉੱਠ ਕੇ ਆਏ। ਇਹਨਾਂ ਨੇ ਕਾਫੀ ਮੁਸੀਬਤਾਂ ਚੱਲੀਆਂ, ਕਿਉਂਕਿ ਤੁਹਾਨੂੰ ਪਤਾ ਹੈ ਕਿ ਔਰਤ ਦੀ ਜ਼ਿੰਦਗੀ 'ਚ ਕਾਫੀ ਮੁਸ਼ਕਲਾਂ ਵੀ ਆਉਂਦੀਆਂ ਜਦੋਂ ਉਹ ਇਸ ਫੀਲਡ 'ਚ ਆਉਂਦਾ ਹੈ, ਲੇਕਿਨ ਉਹਨਾਂ ਨੇ ਲਿਖਣਾ ਨਹੀਂ ਛੱਡਿਆ। ਆਪਣੀ ਕਲਮ ਨੂੰ, ਕਾਗਜ਼ ਨੂੰ, ਆਪਣੀ ਜੋ ਉਹਨਾਂ ਦੀ ਸੋਚ ਸੀ ਉਹਨੂੰ ਕਾਗਜ਼ ਦੀ ਹਿੱਕ ਤੇ ਉਤਾਰ ਕੇ ਉਹਨੂੰ ਲਿਖਦੇ ਰਹੇ ਔਰ ਅੱਜ ਇਸ ਮੁਕਾਮ ਤੇ ਆ ਚੁੱਕੇ ਨੇ ਕਿ ਉਹਨਾਂ ਦੇ ਗੀਤ ਵੀ ਆਏ ਨੇ ਤੇ ਉਹ ਇੱਕ ਸ਼ਬਦ ਕਾਫਿਲਾ ਜੋ ਮੈਗਜ਼ੀਨ ਹੈ ਉਹਦੇ ਸਰਪ੍ਰਸਤ ਵੀ ਨੇ, ਜੋ ਕਿ ਪੁਰਤਗਾਲ ਤੋਂ ਵੀ ਛਪਦਾ ਹੈ ਔਰ ਇਹ ਉਹਦੇ ਸਰਪ੍ਰਸਤ ਵੀ ਨੇ। ਕਾਫੀ ਛੋਟੀ ਉਮਰ ਵਿੱਚ ਇਹਨਾਂ ਨੇ ਬਹੁਤ ਵਧੀਆ ਲਿਖਿਆ। ਇਹਨਾਂ ਦੇ 6-7 ਜੋ ਹੈ ਪਹਿਲੇ ਜੇ ਆਪਾਂ ਗੱਲ ਕਰੀਏ ਇਹਨਾਂ ਦੇ ਕਾਵਿ ਸੰਗ੍ਰਹਿ ਜੋ ਸਾਂਝੇ ਸੰਗ੍ਰਹਿ ਆਏ ਨੇ, ਉਹਨਾਂ ਵਿੱਚੋਂ ਮੈਂ ਦੱਸ ਦਿੰਦਾ ਤੁਹਾਨੂੰ। ਇਹਨਾਂ ਦੇ ਜਿਹੜੇ 7 ਸਾਂਝੇ ਸੰਗ੍ਰਹਿ ਆਏ ਸੀਗੇ ਉਹ ਸੀ ਸਿਰਜਣਹਾਰੇ ਜੋ ਪਹਿਲਾ ਆਇਆ ਸੀ ਇਹਨਾਂ ਦਾ, ਦੂਸਰਾ ਸੀ ਇਹਨਾਂ ਦਾ ਜ਼ਹਿਰ ਭਰੇ ਦਰਿਆ, ਤੀਸਰਾ ਸੀ ਰੰਗ ਬਿਰੰਗੀ ਕਲਮਾਂ ਤੇ ਚੌਥਾ ਆਇਆ ਸੀ ਇਬਾਦਤ ਤੇ ਉਸ ਤੋਂ ਬਾਅਦ ਪੰਜਵਾਂ ਆਇਆ ਸੀ ਪਰੀਆਂ ਦੀ ਦਾਸਤਾਨ, ਜਿਹਦੇ ਵਿੱਚ
ਸਾਰੀਆਂ ਔਰਤਾਂ ਦੇ ਕਾਵਿ ਸੰਗ੍ਰਹਿ ਸੀਗੇ ਤੇ ਉਸ ਤੋਂ ਬਾਅਦ ਆਈਆਂ ਇਹਨਾਂ ਦੀਆਂ 6ਵਾਂ ਸਾਂਝੀਆਂ ਕਲਮਾਂ ਤੇ 7ਵਾਂ ਆਇਆ ਸੰਜੋਗ ਸਾਗਰ ਜੋ ਹਿੰਦੀ ਕਾਵਿ ਸੰਗ੍ਰਹਿ ਸੀਗਾ। ਪਰ ਇਸ ਸਾਲ ਇਹਨਾਂ ਦਾ ਆਪਣਾ ਇੱਕ ਜੋ ਇਹਨਾਂ ਦਾ ਨਿੱਜੀ ਕਾਵਿ ਸੰਗ੍ਰਹਿ ਹੈ ਰੂਹਾਂ ਦੀਆਂ ਚੀਸਾਂ। ਇਹ ਇਹਨਾਂ ਦਾ ਆਪਣਾ ਕਾਵਿ ਸੰਗ੍ਰਹਿ ਜੋ ਇਸ ਸਾਲ ਹੀ ਆਇਆ, ਜੋ ਤੁਸੀਂ ਸਕਰੀਨ ਤੇ ਦੇਖ ਵੀ ਰਹੇ ਹੋ। ਇਹ ਇਸ ਸਾਲ ਇਹਨਾਂ ਨੇ ਪੰਜਾਬੀ ਮਾਂ ਬੋਲੀ ਨੂੰ ਅਰਪਣ ਕੀਤਾ ਹੈ। ਸੋ ਜ਼ਿਆਦਾ ਦੇਰ ਨਹੀਂ ਲੈਂਦਾ ਮੈਂ, ਕਿਉਂਕਿ ਆਪਾਂ ਇਹਨਾਂ ਨੂੰ ਕਾਫੀ ਗੱਲਾਂ ਕਰਨੀਆਂ ਤੋਂ ਕਾਫੀ ਕੁਝ ਸੁਣਨਾ ਵੀ ਨੇ। ਤੁਹਾਨੂੰ ਰੂਬਰੂ ਕਰਾਉਣਾ ਅੱਜ ਦੇ ਮਹਿਮਾਨ ਨਾਲ, ਜਿਨ੍ਹਾਂ ਦਾ ਨਾਮ ਹੈ ਸਿਮਰਨ ਧੁੱਗਾ ਜੀ। ਸਿਮਰਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਪ੍ਰੋਗਰਾਮ ਵਾਹ ਜੀ ਵਾਹ ਵਿੱਚ। ਤੁਸੀਂ ਵੀ ਸਾਡੇ ਸਰੋਤਿਆਂ ਨਾਲ ਫਤਿਹ ਦੀ ਸਾਂਝ ਪਾ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆਪ ਸਾਰੀ ਤੁਹਾਡੀ ਸਾਰੀ ਟੀਮ ਦਾ ਤੇ ਵਾਹ ਜੀ ਵਾਹ ਪ੍ਰੋਗਰਾਮ ਦਾ, ਕਿ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਕਿ ਇੰਡੀਆ ਤੋਂ ਮੈਨੂੰ ਇੱਥੇ ਤੱਕ ਤੁਸੀਂ ਮਿਲਾਪ ਕਰਵਾਇਆ ਵਾਹ ਜੀ ਵਾਹ ਪ੍ਰੋਗਰਾਮ ਦੇ ਰਾਹੀਂ ਸਾਰੇ ਸਰੋਤਿਆਂ ਦੇ ਨਾਲ, ਸਾਰੇ ਪੰਜਾਬੀਆਂ ਦੇ ਨਾਲ। ਜੀ ਸਿਮਰਨ ਜੀ, ਇੱਕ ਵਾਰੀ ਫਿਰ ਤੁਹਾਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਮੇਰਾ ਸਵਾਲ ਤੁਹਾਨੂੰ ਇਹ ਵੀ ਸਿਮਰਨ ਧੁੱਗਾ, ਇਹ ਪਿੱਛੇ ਧੁੱਗਾ ਲਾਉਣ ਦਾ ਕੀ ਕਾਰਨ ਸੀਗਾ? ਜੀ ਇਹ ਕਾਰਨ ਇਹ ਸੀਗਾ ਕਿ ਜਿਹੜਾ ਮੇਰਾ ਪਿੰਡ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਬਹੁਤ ਮੰਨਿਆ ਪ੍ਰਮੰਨਿਆ ਪਿੰਡ ਹੈਗਾ, ਕਿਉਂਕਿ ਇੱਥੇ ਦੇ ਸੰਤ ਮਹਾਂਪੁਰਸ਼ ਰਾਮਪੁਰ ਖੇੜਾ ਵਾਲੇ ਸੰਤ ਬਾਬਾ ਹਰਨਾਮ ਸਿੰਘ ਜੀ ਹੋਏ ਸਨ, ਜੋ ਉਸ ਇਲਾਕੇ ਦੇ ਵਿੱਚ ਮਤਲਬ ਬਹੁਤ ਉਹਨਾਂ ਦੀ ਪਾਵਰ ਹੈਗੀ ਹੈ, ਜਾਂ ਉਹਨਾਂ ਦੀ ਜੋ ਉਹਨਾਂ ਨੇ ਸਿੱਖੀ ਦੇ ਲਈ ਕੀਤਾ ਹੈ, ਜਾਂ ਉਹਨਾਂ ਨੇ ਉਸ ਇਲਾਕੇ ਨੂੰ ਸੁਧਾਰਿਆ ਹੈ ਨਾ, ਉਸ ਕਰਕੇ ਮੇਰਾ ਸੰਤਾਂ ਮਹਾਂਪੁਰਸ਼ਾਂ ਦੇ ਨਾਲ ਪਿਆਰ ਸੀਗਾ ਤੇ ਕੁਝ ਪਿੰਡ ਦੀ ਮਿੱਟੀ ਦੇ ਨਾਲ ਲਗਾਓ ਸੀਗਾ, ਤੇ ਇਸ ਕਰਕੇ ਮੈਂ ਆਪਣੇ ਨਾਮ ਦੇ ਪਿੱਛੇ ਧੁੱਗਾ ਲਗਾਇਆ। ਚਲੋ, ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਆਪਣੇ ਪਿੰਡ ਨੂੰ ਆਪਣੇ ਨਾਮ ਦੇ ਨਾਲ ਜੋੜਿਆ, ਔਰ ਅੱਜ ਉਸ ਪਿੰਡ ਬਾਰੇ ਸਾਰੀ ਦੁਨੀਆ ਜਾਣ ਵੀ ਰਹੀ ਹੈ। ਤੇ ਸਿਮਰਨ ਜੀ, ਤੁਸੀਂ ਆਪਣੇ ਪਿਛੋਕੜ ਬਾਰੇ ਦੱਸਤਾ ਕਿ ਤੁਸੀਂ ਹੁਸ਼ਿਆਰਪੁਰ ਤੋਂ ਪਿੰਡ ਧੁੱਗਾ ਕਲਾਂ ਤੋਂ ਹੋ। ਹੁਣ ਸਾਨੂੰ ਦੱਸੋ ਕਿ ਤੁਹਾਡੀ ਜਿਹੜੀ ਮੁੱਢਲੀ ਪੜ੍ਹਾਈ ਹੈ ਉਹ ਤੁਸੀਂ ਕਿੱਥੋਂ ਕੀਤੀ, ਤੇ ਉਸ ਤੋਂ ਬਾਅਦ ਤੁਹਾਡੇ ਲਿਖਣ ਦਾ ਸਫ਼ਰ ਕਿਸ ਤਰ੍ਹਾਂ ਸ਼ੁਰੂ ਹੋਇਆ? ਜੀ ਮੁੱਢਲੀ ਪੜ੍ਹਾਈ ਮੇਰੀ ਪਿੰਡ ਦੇ ਹੀ ਪ੍ਰਾਇਮਰੀ ਸਕੂਲ ਤੋਂ ਹੋਈ ਸੀ। ਉਸ ਤੋਂ ਬਾਅਦ ਮੈਂ +2 ਤੱਕ ਨਾਲ ਦੇ ਹੀ ਲੱਗਦੇ ਸ਼ਹਿਰ ਗੜਦੀਵਾਲਾ ਤੋਂ +2 ਕੀਤੀ ਸੀ। ਤੇ ਮੈਨੂੰ ਬਚਪਨ ਦੇ ਵਿੱਚੋਂ ਪ੍ਰਭਾਤ ਫੇਰੀਆਂ ਦੇ ਵਿੱਚ ਸ਼ਬਦ ਗਾਉਣ ਦਾ ਸ਼ੌਂਕ ਹੁੰਦਾ ਸੀਗਾ, ਤੇ ਫਿਰ ਮੈਂ ਕੋਸ਼ਿਸ਼ ਕਰਦੀ ਸੀਗੀ ਕਿ ਮੈਂ ਕੁਛ ਨਾ ਕੁਛ ਆਪ ਤੁਕਬੰਦੀ ਕਰਾਂ ਤੇ ਸਥਾਈ ਆਪ ਬਣਾਵਾਂ, ਤੇ ਗੁਰਬਾਣੀ ਦੇ ਵਿੱਚੋਂ ਮੈਂ ਲਾਈਨਾਂ ਲੈ ਕੇ ਮੈਂ ਕੁਛ ਆਪ ਸ਼ਬਦ ਬਣਾਉਣੇ ਸ਼ੁਰੂ ਕੀਤੇ, ਤੇ ਜਿਸ ਦੀ ਵਜ੍ਹਾ ਨਾਲ ਮੈਨੂੰ ਪਿੰਡ ਦੇ ਵਿੱਚੋਂ ਬਹੁਤ ਪਿਆਰ ਮਿਲਿਆ, ਮਾਣ ਮਿਲਿਆ, ਤੇ ਉੱਥੋਂ ਮੈਨੂੰ ਥੋੜਾ ਥੋੜਾ ਲਿਖਣ ਦਾ ਸ਼ੌਂਕ ਜਿੱਦਾਂ ਜਾਗ ਗਿਆ। ਤੇ ਉਸ ਤੋਂ ਬਾਅਦ ਥੋੜਾ ਮੈਂ ਵੱਡੀ ਹੋਈ, ਤੇ ਹੁਣ ਮੈਨੂੰ ਇਸ ਟਾਈਮ ਮੇਰੇ ਦਿਮਾਗ 'ਚ ਨਹੀਂ ਕਿ ਸ਼ਿਵ ਕੁਮਾਰ ਬਟਾਲਵੀ ਸਾਹਿਬ ਦੀ ਉਹ ਕਿਹੜੀ ਕਿਤਾਬ ਸੀਗੀ, ਕਿਹੜੀ ਕਲਾਸ ਦੀ ਕਿਤਾਬ ਸੀਗੀ, ਜਦੋਂ ਮੈਂ ਭੱਠੀ ਵਾਲੀਏ ਚੰਬੇ ਦੀ ਡਾਲੀਏ ਪੜ੍ਹਿਆ ਤੇ ਮੇਰਾ ਉੱਧਰ ਥੋੜੀ ਅਟੈਚਮੈਂਟ ਹੋ ਗਈ, ਤੇ ਫਿਰ ਉੱਥੋਂ ਮੈਂ ਕਵਿਤਾਵਾਂ ਵੱਲ ਹੋ ਗਈ ਸੀ। ਜੀ ਹਾਂਜੀ, ਚਲੋ, ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਲਿਖਣਾ ਸ਼ੁਰੂ ਕੀਤਾ। ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਔਰਤ ਨੂੰ ਜਦੋਂ ਲਿਖਦੀ ਹੈ ਤੇ ਜਾਂ ਇਸ ਫੀਲਡ ਵਿੱਚ ਜਾਂਦੀ ਹੈ, ਗਾਇਕੀ ਦੀ ਫੀਲਡ ਵਿੱਚ ਜਾਂਦੀ ਹੈ, ਬਹੁਤ ਮੁਸੀਬਤਾਂ ਵੀ ਆਉਣੀਆਂ। ਔਰ ਮੈਨੂੰ ਪਤਾ ਕਿ ਤੁਹਾਡੀ ਲਾਈਫ 'ਚ ਵੀ ਕਾਫੀ ਪ੍ਰੋਬਲਮਸ ਆਈਆਂ, ਤੁਸੀਂ ਜਿਸ ਤਰ੍ਹਾਂ ਮੇਰੇ ਨਾਲ ਗੱਲ ਕੀਤੀ ਸੀ। ਸੋ ਮੈਂ ਚਾਹਾਂਗਾ ਤੁਸੀਂ ਆਪਣੀ ਉਹਨਾਂ ਮੁਸੀਬਤਾਂ ਬਾਰੇ ਦੱਸੋ ਕਿ ਉਹਨਾਂ ਮੁਸੀਬਤਾਂ 'ਚੋਂ ਨਿਕਲ ਕੇ ਕਿਸ ਤਰ੍ਹਾਂ ਤੁਸੀਂ ਇਸ ਫੀਲਡ ਵਿੱਚ ਆਏ ਹੋ, ਔਰ ਕਿਸ ਤਰ੍ਹਾਂ ਤੁਸੀਂ ਜਿਹੜਾ ਆਪਣਾ ਲਿਖਣ ਦਾ, ਔਰ ਉਸ ਤੋਂ ਬਾਅਦ ਆਪਣੀ ਇੱਕ ਨਿੱਜੀ ਕਿਤਾਬ ਵੀ ਹੁਣ ਤੁਸੀਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕੀਤੀ ਹੈ। ਇਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਕੁਝ ਦੱਸੋ। ਹਾਂਜੀ, ਜਦੋਂ ਮੈਂ ਬਚਪਨ ਦੇ ਵਿੱਚ ਲਿਖਣਾ ਸ਼ੁਰੂ ਕੀਤਾ ਸੀ ਤੇ ਗਾਉਣਾ ਸ਼ੁਰੂ ਕੀਤਾ ਸੀ, ਉਸ ਟਾਈਮ ਮੈਨੂੰ ਪੇਕਾ ਪਰਿਵਾਰ ਵੱਲੋਂ ਰੋਕ ਲਾ ਦਿੱਤੀ ਗਈ ਸੀਗੀ, ਕਿਉਂਕਿ ਪਿੰਡਾਂ ਦੇ ਵਿੱਚ ਧੀਆਂ ਨੂੰ ਚੰਗਾ ਨਹੀਂ ਸਮਝਦੇ ਇਸ ਤਰ੍ਹਾਂ ਨਾ ਸਟੇਜਾਂ ਦੇ ਉੱਤੇ, ਕਿਉਂਕਿ ਉਹ ਸਮਾਂ ਹੀ ਇਸ ਤਰ੍ਹਾਂ ਦਾ ਸੀ। ਅੱਜ ਤੋਂ 25-26 ਸਾਲ ਪੁਰਾਣੀ ਆਪਾਂ ਗੱਲ ਕਰੀਏ ਤਾਂ ਉਦੋਂ ਸੋਚ ਕੁਝ ਹੋਰ ਸੀਗੀ, ਹੁਣ ਸੋਚ ਕੁਝ ਹੋਰ ਹੈ। ਤੇ ਉਦੋਂ ਬੜਾ ਦੁੱਖ ਹੋਇਆ ਸੀਗਾ ਕਿ ਚਲੋ ਮੇਰਾ ਲਿਖਣਾ ਬੰਦ ਹੋ ਗਿਆ ਸੀ, ਪਰ ਦਿਮਾਗ ਦੇ ਵਿੱਚ ਕੁਝ ਨਾ ਕੁਝ ਚੱਲਦਾ ਹੀ ਰਹਿੰਦਾ ਸੀ। ਤੇ ਉਸ ਤੋਂ ਬਾਅਦ ਮੈਰਿਜ ਹੋ ਗਈ। ਮੈਰਿਜ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਹੈ ਕਿ 100 ਚੋਂ 80% ਔਰਤਾਂ ਦੇ ਮੈਰਿਜ ਲਾਈਫ ਦੇ ਵਿੱਚ ਬਹੁਤ ਉਤਰਾਅ ਚੜਾਅ ਆਉਂਦੇ ਨੇ। ਫਿਰ ਉਹਨਾਂ ਉਤਰਾਅ ਚੜਾਅ ਦੇ ਵਿੱਚੋਂ ਗੁਆਚ ਗਈ ਤੇ ਕਲਮ ਦੇ ਨਾਲ ਅਟੈਚ ਹੁੰਦੀ ਰਹੀ। ਚਲੋ, ਬੜੀ ਖੁਸ਼ੀ ਦੀ ਗੱਲ ਹੈ ਕਿ ਤੁਹਾਨੂੰ ਤੁਹਾਡੇ ਸਹੁਰੇ ਪਰਿਵਾਰ ਨੇ ਵੀ ਪੂਰਾ ਸਾਥ ਦਿੱਤਾ ਵੀ ਤੁਸੀਂ ਲਿਖਦੇ ਰਹੋ, ਕਲਮ ਤੁਹਾਡੀ ਕਲਮ ਚੱਲਦੀ ਵੀ ਰਹੀ ਹੈ।
ਸਿਮਰਨ ਜੀ, ਤੁਹਾਨੂੰ ਤੁਸੀਂ ਗੱਲ ਕੀਤੀ ਕਿ 25-26 ਸਾਲ ਤੁਸੀਂ ਲਿਖਦੇ ਰਹੇ ਹੋ ਔਰ ਇੰਨਾ ਲੰਬਾ ਸਫ਼ਰ ਤੁਸੀਂ ਤੈਅ ਕੀਤਾ ਆਪਣੀ ਇੱਕ ਪਹਿਲੀ ਕਿਤਾਬ ਪੰਜਾਬੀ ਮਾਂ ਬੋਲੀ ਦੇਣ ਲਈ। ਇਹ ਕਿਸ ਤਰ੍ਹਾਂ ਸਬਬ ਬਣਿਆ? ਜੀ ਇਹ ਸਬੱਬ ਇਸ ਤਰ੍ਹਾਂ ਬਣਿਆ ਕਿਉਂਕਿ ਮੇਰੇ ਸਹੁਰਾ ਪਰਿਵਾਰ ਦੀ ਜਿਹੜੀ ਮਾਤ ਭਾਸ਼ਾ ਹੈ ਨਾ ਉਹ ਹਿੰਦੀ ਹੈ ਤੇ ਉਹਨਾਂ ਨੂੰ ਜੀ, ਪੰਜਾਬੀ ਬਾਰੇ, ਪੰਜਾਬੀ ਲੁਗਾਈ ਬਾਰੇ ਜਾਂ ਆਪਣੇ ਸੱਭਿਆਚਾਰ ਦੇ ਬਾਰੇ ਕੁਝ ਖਾਸ ਜਾਣਕਾਰੀ ਨਹੀਂ ਹੈਗੀ। ਤੇ ਤੁਸੀਂ ਜੀ, ਭਰੋਸਾ ਨਹੀਂ ਕਰੋਗੇ ਕਿ ਮੇਰੇ ਘਰ ਤੋਂ ਸਿਰਫ 5 ਮਿੰਟ ਦੀ ਦੂਰੀ ਤੇ ਪੰਜਾਬੀ ਭਵਨ ਹੈ ਜੋ ਕਿ ਲੇਖਕਾਂ ਦਾ ਮੱਕਾ, ਲੇਖਕਾਂ ਦਾ ਗੜ੍ਹ ਕਿਹਾ ਜਾਂਦਾ ਹੈ। ਤੇ ਉਹਦੇ ਬਾਰੇ ਜੀ, ਮੈਨੂੰ ਕੋਈ ਵੀ ਜਾਣਕਾਰੀ ਨਹੀਂ ਸੀ ਕਿਉਂਕਿ ਮੈਂ ਕਦੇ ਘਰੋਂ ਬਾਹਰ ਨਿਕਲੀ ਨਹੀਂ ਸੀ। ਘਰ ਦੇ ਨਾਲ ਹੀ ਜੀ, ਇੰਨਾ ਲਗਾਓ ਸੀ। ਤੇ ਫੇਸਬੁੱਕ ਤੇ ਅਟੈਚ ਹੋਈ ਤਾਂ ਇੱਕ ਦਿਨ ਪਤਾ ਲੱਗਿਆ ਕਿ ਪੰਜਾਬੀ ਭਵਨ ਦੇ ਵਿੱਚ ਕੋਈ ਨਵੀਆਂ ਕਲਮਾਂ ਦਾ ਪ੍ਰੋਗਰਾਮ ਹੋ ਰਿਹਾ ਤੇ ਉੱਥੇ ਮੈਨੂੰ ਜੀ। ਪਹੁੰਚਣ ਲਈ ਕਿਸੇ ਨੇ ਸੱਦਾ ਪੱਤਰ ਦਿੱਤਾ। ਬਸ ਉਹ ਪਹਿਲਾ ਦਿਨ ਸੀਗਾ ਜਦੋਂ ਮੈਂ ਘਰ ਤੋਂ ਪਹਿਲਾ ਕਦਮ ਬਾਹਰ ਕੱਢਿਆ ਚਲੋ, ਤੇ ਉਸ ਤੋਂ ਬਾਅਦ ਹੁਣ ਮੈਂ ਤੁਸੀਂ ਤੁਹਾਡੇ ਸਾਹਮਣੇ ਆ। ਜੀ 6-7 ਤੁਸੀਂ ਪਹਿਲਾਂ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਵੀ ਤੁਸੀਂ ਸਾਂਝੇ ਸੰਗ੍ਰਹਿ ਵਿੱਚ ਆਪਣੀ ਕਵਿਤਾਵਾਂ ਛਪਵਾਈਆਂ ਜਾਂ ਛਪਦੀਆਂ ਰਹੀਆਂ ਤੁਹਾਡੀਆਂ ਕਵਿਤਾਵਾਂ, ਇਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਕਿਸ ਤਰ੍ਹਾਂ ਕਿਹਨਾਂ ਮੈਂ ਹਾਲਾਂਕਿ ਜ਼ਿਕਰ ਕਰ ਚੁੱਕਿਆ ਤੁਹਾਡੀ ਕਿਤਾਬਾਂ ਦਾ, ਪਰ ਫਿਰ ਵੀ ਮੈਂ ਚਾਹਾਂਗਾ ਤੁਸੀਂ ਆਪਣੀ ਜ਼ੁਬਾਨੀ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਕਿਹਨਾਂ ਲੇਖਕਾਂ ਨੇ ਇਹ ਕਿਤਾਬ ਸੰਪਾਦਕਾਂ ਨੇ ਲਿਖੀ ਔਰ ਤੁਸੀਂ ਉਸ ਵਿੱਚ ਆਪਣੀਆਂ ਜਿਹੜੀਆਂ ਕਿ ਰਚਨਾਵਾਂ ਦਿੱਤੀਆਂ ਸੀ। ਹਾਂਜੀ, ਇਹ ਮੈਂ ਜਦੋਂ ਮਤਲਬ ਜਿੱਦਾਂ ਕਵੀ ਦਰਬਾਰਾਂ ਦੇ ਵਿੱਚ ਜਾਂਦੀ ਹੁੰਦੀ ਸੀਗੀ ਤੇ ਸਾਰੇ ਕਹਿੰਦੇ ਸੀਗੇ ਜੀ, ਵੀ ਤੇਰੀ ਕਲਮ ਮਤਲਬ ਜੀ ਬਹੁਤ ਵਧੀਆ ਹੈਗੀ ਆ ਤੇ ਤੁਸੀਂ ਸਾਨੂੰ ਰਚਨਾਵਾਂ ਦਿਓ। ਅਸੀਂ ਸਾਂਝੇ ਸੰਗ੍ਰਹਿ ਦੇ ਵਿੱਚ ਕਿਉਂਕਿ ਕਈ ਵਾਰੀ ਲੇਖਕ ਦੇ ਵਿੱਚ ਕੋਲ ਇੰਨਾ ਪੈਸਾ ਨਹੀਂ ਹੁੰਦਾ ਕਿ ਉਹ ਕਿਤਾਬ ਦੇ 15-20 ਹਜ਼ਾਰ ਰੁਪਇਆ ਲਾ ਸਕੇ ਤੇ ਫਿਰ ਜੀ, 5-7-10 ਲੇਖਕ ਇਕੱਠੇ ਹੋ ਕੇ ਥੋੜੇ ਪੈਸੇ ਪਾ ਕੇ ਤੇ ਸਾਂਝੇ ਸੰਗ੍ਰਹਿ ਨਾ ਕੱਢ ਲੈਂਦੇ ਨੇ ਆਪਣੇ ਤੇ ਉੱਥੋਂ ਫਿਰ ਮੈਨੂੰ ਥੋੜੇ ਜੀ। ਕਾਲਸ ਆਉਣ ਲੱਗ ਗਏ ਕਿ ਤੁਸੀਂ ਆਪਣੀਆਂ 5-7 ਰਚਨਾਵਾਂ ਦਿਓ, ਆਪਾਂ ਸਾਂਝਾ ਸੰਗ੍ਰਹਿ ਕਰਨਾ ਹੈ। ਤੇ ਮੈਨੂੰ ਵੀ ਥੋੜਾ ਇਹ ਸੀਗਾ ਕਿ ਚਲੋ ਇਹਦੇ ਨਾਲ ਥੋੜਾ ਮੈਨੂੰ ਐਕਸਪੀਰੀਅੰਸ ਵੀ ਮਿਲ ਜੂਗਾ ਕਿ ਹਾਂ ਮੇਰੀ ਕਲਮ ਨੂੰ ਕੀ ਹੁੰਗਾਰਾ ਮਿਲ ਰਿਹਾ ਦੁਨੀਆ ਵੱਲੋਂ। ਇਸ ਕਰਕੇ ਮੈਂ ਜੀ, ਪਹਿਲਾਂ ਸਾਂਝੇ ਸੰਗ੍ਰਹਿ ਤੇ ਹੀ ਜ਼ੋਰ ਦਿੱਤਾ ਸੀਗਾ ਵੀ ਚਲੋ ਜਿੰਨੇ ਕੁ ਆ ਜਾਣ। ਫਿਰ ਜਦੋਂ 7 ਸਾਂਝੇ ਸੰਗ੍ਰਹਿ ਆਏ ਉਸ ਤੋਂ ਬਾਅਦ ਥੋੜੀ ਸੰਤੁਸ਼ਟੀ ਜਿਹੀ ਹੋਈ ਤੇ ਕਾਫੀ ਭੈਣ ਭਰਾਵਾਂ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਕਿ ਮਤਲਬ ਹੁਣ ਤੈਨੂੰ ਆਪਣੀ ਕਿਤਾਬ ਵੀ ਕਰ ਲੈਣੀ ਚਾਹੀਦੀ ਆ ਕਿ ਇੰਨਾ ਆਪਣੇ ਏਰੀਏ ਦੇ ਵਿੱਚ ਜਾਂ ਆਪਣੇ ਪੰਜਾਬ ਦੇ ਵਿੱਚ ਕਵੀ ਦਰਬਾਰਾਂ ਦੇ ਵਿੱਚ ਮਹਿਫਲਾਂ ਦੇ ਵਿੱਚ ਤੁਹਾਡਾ ਇੰਨਾ ਨਾਮ ਹੋ ਗਿਆ ਹੈਗਾ, ਤੁਹਾਨੂੰ ਆਪਣੀ ਕਿਤਾਬ ਕਰਨੀ ਚਾਹੀਦੀ ਆ। ਕਿਉਂਕਿ ਜਦੋਂ ਕੋਈ ਪੁੱਛਦਾ ਸੀ ਤਾਂ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਸੀ ਕਿ ਹਾਏ ਮੇਰੀ ਕਿਤਾਬ ਨਹੀਂ ਆਈ ਕੋਈ। ਜੀ, ਤੇ ਮੈਂ ਕਰਨਾ ਚਾਹੁੰਦੀ ਸੀ ਕਿਤਾਬ ਪਰ ਸਬੱਬ ਨਹੀਂ ਬਣਿਆ। ਫਿਰ ਇੱਕ ਦਿਨ ਮੇਰੀ ਤਬੀਅਤ ਇੱਕਦਮ ਹੀ ਖਰਾਬ ਹੋ ਗਈ ਤੇ ਫਿਰ ਮੈਂ ਹਸਪੀਟਲ ਦੇ ਵਿੱਚੋਂ ਮੈਨੂੰ ਡ੍ਰਿਪ ਹੀ ਲੱਗੀ ਹੋਈ ਸੀ ਤੇ ਮੈਂ ਪ੍ਰਕਾਸ਼ਕ ਨੂੰ ਕਾਲ ਕਰ ਦਿੱਤੀ ਕਿ ਭਾਜੀ ਮੈਂ ਮਤਲਬ ਆਪਣੀ ਕਿਤਾਬ ਕਰਨਾ ਚਾਹੁੰਦੀ ਹਾਂ ਤੇ ਮੈਨੂੰ ਇਹਦੇ ਬਾਰੇ ਜਾਣਕਾਰੀ ਦਿਓ। ਉਹਨਾਂ ਨੇ ਮੈਨੂੰ ਕਿਹਾ ਜੀ, ਕਿ ਤੁਸੀਂ ਇੱਕ ਦਸਤਾ ਲਓ ਜਿਹਨੂੰ ਪੰਜਾਬੀ ਚ ਆਪਾਂ ਕਹਿੰਦੇ ਪਿੰਡਾਂ ਚ ਜਾਂ ਸਕੂਲਾਂ ਦੇ ਵਿੱਚ ਜੀ, ਰਜਿਸਟਰ, ਉਹ ਲਓ ਤੇ ਉਹਦੇ ਉੱਤੇ ਆਪਣੀਆਂ ਚੁਣਵੀਆਂ ਰਚਨਾਵਾਂ ਲਿਖੋ ਤੇ ਤੁਸੀਂ ਮੈਨੂੰ ਭੇਜ ਦਿਓ ਤੇ ਬਾਕੀ ਮੇਰਾ ਹੂੰ, ਕੰਮ। ਬਾਕੀ 26 ਸਾਲ ਮੈਨੂੰ ਲਿਖਦੀ ਨੂੰ ਹੋ ਗਏ ਸੀਗੇ ਤੇ ਮੈਨੂੰ ਇਹ ਆਪਣੀਆਂ ਕਵਿਤਾਵਾਂ ਜਾਂ ਰਚਨਾਵਾਂ ਕਿਸੇ ਤੋਂ ਸੋਧ ਕਰਵਾਉਣ ਦੀ ਵੀ ਲੋੜ ਨਹੀਂ ਪਈ ਜੀ। ਤੇ ਬਸ ਇਸੇ ਤਰ੍ਹਾਂ ਹੀ ਮੇਰੀ ਰੂਹ ਦੀਆਂ ਚੀਸਾਂ ਕਿਤਾਬ ਆਪ ਸਭ ਦੇ ਸਨਮੁਖ ਹੋ ਗਈ। ਚਲੋ, ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿ ਤੁਸੀਂ ਰੂਹ ਦੀਆਂ ਚੀਸਾਂ ਤੁਹਾਡੀ ਹਿੱਸਾ ਲਾਈਆਂ ਤੇ ਆਉਣ ਵਾਲੇ ਸਮੇਂ 'ਚ ਵੀ ਤੁਸੀਂ ਜ਼ਰੂਰ ਹੋਰ ਵੀ ਕਿਤਾਬਾਂ ਸਾਡੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਰੋਗੇ। ਜੀ ਜੀ ਇਸ ਤੋਂ ਪਹਿਲਾਂ ਕਿ ਮੈਂ ਗੱਲ ਕਰਾਂ ਤੁਹਾਡੀ ਰਚਨਾਵਾਂ ਦੀ, ਤੁਹਾਡੀ ਕਵਿਤਾਵਾਂ ਤੋਂ ਸੁਣੀਏ, ਤੁਸੀਂ ਆਪਣੀ ਗਾਇਕੀ ਦਾ ਸਫ਼ਰ ਵੀ ਨਾਲ ਹੀ ਸ਼ੁਰੂ ਕੀਤਾ, ਉਹ ਜੋ ਕਿ ਇਸ ਸਾਲ ਹੀ ਸ਼ੁਰੂ ਕੀਤਾ ਜਿੱਥੇ ਤੱਕ ਮੈਨੂੰ ਪਤਾ ਹੈ, ਔਰ ਤੁਸੀਂ ਆਪਣਾ Song ਵੀ ਕੱਢਿਆ, ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ। ਉਹਦੇ ਬਾਰੇ ਇਸ ਤਰ੍ਹਾਂ ਕਿਉਂਕਿ ਹੋਈ ਇੱਕ ਕਿ ਕਵਿਤਰੀ ਗਾਇਕੀ 'ਚ ਦਾ ਜੇ ਆਪਾਂ ਗੱਲ ਸ਼ੌਂਕ। ਜੀ ਇੱਕ ਕਵਿਤਰੀ 'ਚ ਗੱਲ ਕਰੀਏ ਵੀ ਲੇਖਕ ਵੀ ਆਪ ਨੇ ਤੇ ਗਾਇਕ ਵੀ ਆਪ ਨੇ, ਤਾਂ ਫਿਰ ਜਿਹੜਾ ਇਹ ਮੇਲ ਹੈ ਬਹੁਤ ਵਧੀਆ ਹੋ ਜਾਂਦਾ ਆ। ਸੋ ਮੈਂ ਚਾਹਾਂਗਾ ਜ਼ਰੂਰ ਇਹ ਦਰਸ਼ਕਾਂ ਨੂੰ ਸਾਡੇ ਨਾਲ ਸਾਂਝਾ ਜ਼ਰੂਰ ਕਰੋ। ਹਾਂਜੀ, ਮੇਰੇ ਕਾਫੀ ਸਾਰੇ ਗੀਤ ਰਿਕਾਰਡ ਹੋ ਚੁੱਕੇ। ਸਿਮਰਨ ਸਿੰਮੀ ਜੀ ਨੇ ਗਾਏ ਨੇ, ਫਿਰ ਗੁਲਸ਼ਨ ਕੋਮਲ ਮੈਡਮ ਜੀ ਸਾਡੇ ਪੰਜਾਬ ਦੇ ਬਹੁਤ ਵਧੀਆ ਜੀ, ਕਲਾਕਾਰ ਤੁਸੀਂ ਜਾਣਦੇ ਹੋਵੋਗੇ, ਉਹਨਾਂ ਨੇ ਵੀ ਗਾਏ ਨੇ ਤੇ ਹੋਰ ਵੀ ਕਈ ਜੀ, ਕਲਾਕਾਰਾਂ ਨੇ ਗਾਏ ਨੇ। ਤੇ ਮੈਨੂੰ ਕਈ ਵਾਰੀ ਸੰਤੁਸ਼ਟੀ ਨਹੀਂ ਮਿਲਦੀ ਸੀ ਕਿ ਇਹਨੂੰ ਏਦਾਂ ਨਹੀਂ ਏਦਾਂ ਹੋਣਾ ਚਾਹੀਦਾ ਸੀ, ਏਦਾਂ ਨਹੀਂ ਏਦਾਂ ਹੋਣਾ ਚਾਹੀਦਾ ਸੀ। ਇੱਕ ਦਿਨ ਮੈਂ ਏਦਾਂ ਹੀ ਬੈਠੀ ਨੇ ਗੀਤ ਲਿਖਿਆ ਕਿ ਪੀਣੀ ਆ ਸਰਦਾਰਾ, ਜਿਹੜੀ ਕਿ ਪਿੰਡਾਂ ਦੇ ਵਿੱਚ ਇੱਕ ਲੋਕ ਬੋਲੀ ਚੱਲਦੀ ਆ। ਇਹਨੂੰ ਮੈਂ ਫਿਰ ਸੋਚਿਆ ਜੀ, ਕਿ ਮੈਨੂੰ ਜਿਹੜਾ ਫੇਸਬੁੱਕ ਤੇ ਮੇਰੇ ਨਾਲ ਯੂਥ ਜੁੜਿਆ ਜਾਂ YouTube ਤੇ ਯੂਥ ਜੁੜਿਆ, ਉਹਨੂੰ ਮੈਂ ਇੱਕ ਸਹੀ ਸੇਧ ਦੇਣ ਦਾ ਕੰਮ ਕਰਦੀ ਆ ਹਨਾ, ਤੇ ਕਿ ਇਸ ਹਿਸਾਬ ਨਾਲ ਲਿਖਦੀ ਆ ਕਿ ਉਹਨਾਂ ਨੂੰ ਕੋਈ ਮਾੜਾ ਅਸਰ ਨਾ ਪਵੇ, ਉਹ ਚੰਗਿਆਈ ਦੇ ਰਸਤੇ ਹੀ ਜਾਣ।
ਫਿਰ ਮੈਂ ਉਹ ਗੀਤ ਤੇ ਥੋੜਾ ਰਿਸਰਚ ਕੀਤਾ ਕਿ ਮੈਂ ਲੋਕ ਬੋਲੀ ਵੀ ਇਹੀ ਦੇਣੀ ਆ, ਤੇ ਇਹਦੇ ਵਿੱਚ ਫਿਰ ਮੈਂ ਸਿੱਖਿਆ ਦਿੱਤੀ ਗਈ ਸੀ ਇੱਕ ਔਰਤ ਵੱਲੋਂ ਕਿ ਮਤਲਬ ਆਪਣੇ ਹਸਬੈਂਡ ਨੂੰ ਕਿ ਜੇ ਤੂੰ ਨਹੀਂ ਛੱਡਣੀ ਤੇ ਗਲਾਸੀ ਮੈਂ ਵੀ ਚੱਕ ਲੈਣੀ। ਇਸ ਤਰ੍ਹਾਂ ਦਾ ਇਹ ਗੀਤ ਜੀ ਸੀਗਾ ਕਿ ਪੀਣੀ ਆ ਸਰਦਾਰਾ ਵੇ ਅੱਜ ਘੁੱਟ ਪੀਣੀ ਆ। ਇਹ ਮੈਨੂੰ ਮੇਰੇ ਜੀ ਕੋਲੋਂ ਕਈਆਂ ਨੇ ਮੰਗਿਆ ਸੀਗਾ, ਪਰ ਮੈਨੂੰ ਇਹ ਸੀਗਾ ਕਿ ਨਹੀਂ, ਇਹ ਮੇਰੇ ਦਿਲ ਨੂੰ ਲੱਗੀ ਸੀ ਚੀਜ਼, ਮੈਂ ਕਿਹਾ ਨਹੀਂ ਮੈਂ ਆਪ ਹੀ ਕਰਾਂਗੀ। ਇਸ ਕਰਕੇ ਫਿਰ ਮੈਂ ਚਲੋ ਆਪਣੀ ਆਵਾਜ਼ 'ਚ ਕੀਤਾ ਸੀ। ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਆਪਣੇ ਇਸ ਗੀਤ ਵਿੱਚ ਪੀਣੀ ਹੈ ਸਰਦਾਰਾ ਵੇ ਅੱਜ ਘੁੱਟ ਪੀਣੀ ਹੈ ਉਹਦੇ ਵਿੱਚ ਤੁਸੀਂ ਸਿੱਖਿਆ ਦਿੱਤੀ ਹੈ, ਨਾ ਕਿ ਇਸ ਗੱਲ ਨੂੰ ਜ਼ੋਰ ਦਿੱਤਾ ਹੈ ਕਿ ਤੂੰ ਅੱਜ ਪੀ ਲਾ। ਸੋ ਬੜੀ ਅੱਛੀ ਗੱਲ ਹੈ ਕਿ ਯੂਥ ਨੂੰ ਤੁਸੀਂ ਇਹ ਸਿੱਖਿਆ ਵੀ ਦਿੱਤੀ ਹੈ, ਔਰ ਹਰ ਲੇਖਕ ਨੂੰ ਇਹ ਚਾਹੀਦਾ ਕਿ ਆਪਣੇ ਯੂਥ ਨੂੰ ਇਹੀ ਸਮਝਾਉਣ ਕਿ ਨਸ਼ਿਆਂ ਤੋਂ ਦੂਰ ਰਹੋ, ਕਿਉਂਕਿ ਨਸ਼ੇ ਸਾਡੀ ਜਿਹੜੀ ਜੀ ਜਵਾਨੀ ਨੂੰ ਉਹਨੂੰ ਬਰਬਾਦ ਕਰ ਰਹੇ ਨੇ, ਸਾਡੇ ਪੰਜਾਬ ਨੂੰ ਬਰਬਾਦ ਕਰ ਰਹੇ ਨੇ। ਸੋ ਤੁਸੀਂ ਵਧਾਈ ਦੇ ਜੀ ਪਾਤਰ ਹੋ ਜੀ ਇਸ ਗੱਲ ਨੂੰ ਲੈ ਕੇ ਕਿ ਤੁਸੀਂ ਇਹ ਸੇਧ ਦਿੱਤੀ ਹੈ ਕਿ ਇਹ ਨਸ਼ਿਆਂ ਤੋਂ ਦੂਰ ਰਹੋ। ਹੁਣ ਗੱਲ ਕਰਦੇ ਹਾਂ ਤੁਹਾਡੇ ਰਚਨਾਵਾਂ ਦੀ। ਸੋ ਅੱਜ ਕਿਹੜੀ ਪਹਿਲੀ ਰਚਨਾ ਜਾਂ ਪਹਿਲਾ ਗੀਤ ਆਪਣਾ ਸਾਡੇ ਨਾਲ ਸਾਂਝਾ ਕਰੋਗੇ? ਸੋ ਮੈਂ ਚਾਹਾਂਗਾ ਤੁਸੀਂ ਉਹ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਜੀ ਮੈਂ ਪਹਿਲਾ ਗੀਤ ਸ਼ਿਵ ਨਾਲ ਲਿਖਣ ਤੋਂ ਪਹਿਲਾਂ ਹੀ ਮੈਂ ਸ਼ਿਵ ਕੁਮਾਰ ਬਟਾਲਵੀ ਸਾਹਿਬ ਦੇ ਨਾਲ ਮੇਰੀ ਰੂਹ ਦੀ ਅਟੈਚਮੈਂਟ ਹੋਈ ਸੀਗੀ, ਤੇ ਇਸ ਕਰਕੇ ਮੈਂ ਉਹਨਾਂ ਦੇ ਕੁਝ ਦੋ ਸ਼ਬਦ ਲਿਖੇ ਸੀਗੇ, ਤਾਂ ਉਸ ਤੋਂ ਬਾਅਦ ਮੈਂ ਉਹਨਾਂ ਲਈ ਹੀ ਲਿਖੀ ਹੋਈ ਰਚਨਾ ਸੁਣਾਵਾਂਗੀ। ਪਹਿਲਾਂ ਮੈਂ ਇੱਕ ਸ਼ੇਅਰ ਸੁਣਾਉਂਗੀ ਕਿ ਜੀ ਇਰਸ਼ਾਦ ਜੀ। ਜਿਉਂਦਿਆਂ ਸਭ ਤੋਂ ਪਹਿਲਾਂ ਮੈਂ ਇੱਕ ਸ਼ੇਅਰ ਸੁਣਾਵਾਂਗੀ ਕਿ ਮਰਿਆ ਨਾਲ ਨਹੀਂ ਜਾਂਦਾ ਕਦੇ ਮਰਿਆ। ਹੂੰ ਮਰਿਆ ਨਾਲ ਨਹੀਂ ਜਾਂਦਾ ਕਦੇ ਮਰਿਆ, ਜਿਉਂਦਿਆਂ ਨਾਲ ਜਿਉਣਾ ਗੱਲ ਆਮ ਹੁੰਦੀ। ਹੂੰ ਅੰਨਾ ਇਸ਼ਕ ਕਰੇ ਸ਼ਿਵ ਦੇ ਨਾਲ ਸਿਮਰਨ, ਜਿਉਂਦਾ ਹੁੰਦਾ ਹੂੰ ਤਾਂ ਪੱਕਾ ਬਦਨਾਮ ਹੁੰਦੀ। ਜਿਉਂਦਾ ਹੁੰਦਾ ਹਾਂ ਤਾਂ ਪੱਕਾ ਬਦਨਾਮ। ਪੱਕਾ ਬਦਨਾਮ ਹੁੰਦੇ। ਵਾਹ ਜੀ ਵਾਹ। ਸੋ ਬੜਾ ਖੂਬਸੂਰਤ ਸ਼ੇਰ ਤੁਸੀਂ ਪ੍ਰੋਗਰਾਮ ਦਾ ਆਗਾਜ਼ ਕੀਤਾ, ਤੇ ਹੁਣ ਹੋਰ ਕਿਹੜੀ ਰਚਨਾ ਸਾਡੇ ਕਿਸ ਰਚਨਾ ਨਾਲ ਸਾਡੇ ਅੱਜ ਦਾ ਇਸ ਪ੍ਰੋਗਰਾਮ ਦਾ ਆਗਾਜ਼ ਕਰੋਗੇ? ਮੇਰੀ ਜੁੜੀ ਰੂਹ ਜੀ ਨਾਲ ਰਿਸ਼ਤਾ ਮੇਰਾ ਖਾਸ ਜਿਹਾ ਲੱਗਦਾ ਹੈ। ਇਹ ਰਚਨਾ ਮੈਂ ਜੀ ਤੁਹਾਨੂੰ ਬੋਲ ਕੇ ਹੀ ਸੁਣਾਵਾਂਗੀ। ਉਸ ਤੋਂ ਬਾਅਦ ਮੇਰੀਆਂ ਸਾਰੀਆਂ ਰਚਨਾਵਾਂ ਤਰਨਮ ਦੀਆਂ ਹੀ ਹਨ। ਇਹ ਹੈਗੀ ਕਿ ਕਿਉਂ ਹੂੰ ਸ਼ਿਵ ਦੀ ਰੂਹ ਨਾਲ ਰਿਸ਼ਤਾ ਮੇਰਾ ਖਾਸ ਜਿਹਾ ਹੂੰ ਲੱਗਦਾ ਹੈ, ਉਹ ਰਹਿੰਦਾ ਹੂੰ ਮੇਰੇ ਇਰਦ ਗਿਰਦ ਅਹਿਸਾਸ ਜਿਹਾ ਲੱਗਦਾ ਹੈ। ਵਾਹ। ਉਂਝ ਤਾਂ ਮੇਰੀ ਜ਼ਿੰਦਗੀ ਦੇ ਵਿੱਚ ਗਮ ਨਾ ਕੋਈ ਜੀ, ਕੀ ਕਰਾਂ ਮੈਂ ਉਸ ਮੁਹੱਬਤ ਦਾ ਜੋ ਸ਼ਿਵ ਨਾਲ ਹੋਈ ਜੀ। ਉਹ ਕਦੇ ਨਾ ਪੂਰੀ ਹੋਵਣ ਵਾਲੀ ਆਸ ਜਿਹਾ ਲੱਗਦਾ ਹੈ, ਉਹ ਰਹਿੰਦਾ ਮੇਰੇ ਇਰਦ ਗਿਰਦ ਅਹਿਸਾਸ ਜਿਹਾ ਲੱਗਦਾ ਹੈ। ਜੀ ਲੱਗਦਾ ਹੈ। ਵਾਹ ਜੀ ਵਾਹ। ਮੈਨੂੰ ਪਤਾ ਹੈ ਉਸਦੀ ਕਮੀ ਕਦੇ ਨਾ ਪੂਰੀ ਹੋਣੀ ਜੀ, ਹੂੰ ਉਸਦੀ ਮੇਰੀ ਕਹਾਣੀ ਅੰਤ ਅਧੂਰੀ ਹੋਣੀ ਜੀ। ਉਹਦਾ ਵਾਹ। ਚੇਤਾ ਰੇਤ ਨਿਕਲੀ ਹੋਈ ਪੜਾਸ ਜਿਹਾ ਲੱਗਦਾ ਹੈ, ਉਹ ਰਹਿੰਦਾ ਹੂੰ ਮੇਰੇ ਇਰਦ ਗਿਰਦ ਅਹਿਸਾਸ ਜਿਹਾ ਲੱਗਦਾ ਹੈ। ਅਹਿਸਾਸ ਜਿਹਾ ਕਿਉਂ ਲੱਗਦਾ ਸ਼ਿਵ ਹੈ। ਦੀ ਵਾਹ ਜੀ। ਨਾਲ ਤਾਂ ਮੇਰਾ ਧੰਨਵਾਦ ਜੀ। ਕਿਉਂ ਸ਼ਿਵ ਦੀ ਰੂਹ ਨਾਲ ਰਿਸ਼ਤਾ ਮੇਰਾ ਖਾਸ ਜਿਹਾ ਲੱਗਦਾ ਹੈ, ਉਹ ਰਹਿੰਦਾ ਮੇਰੇ ਇਰਦ ਹੂੰ ਗਿਰਦ ਅਹਿਸਾਸ ਜਿਹਾ ਲੱਗਦਾ ਹੈ। ਇਹ ਇੰਨਾ ਇਸ਼ਕ ਹਕੀਕੀ ਹੈ, ਹੂੰ ਜਿੱਥੇ ਸਰੀਰ ਹੁਣ ਉੱਥੇ ਇਸ਼ਕ ਹਕੀਕੀ ਹੋ ਜਾਂਦਾ ਹੈ। ਤੇ ਇਹ ਜੀ ਹੈਗਾ ਕਿ ਇਹ ਇੰਨਾ ਇਸ਼ਕ ਹਕੀਕੀ ਹੈ, ਇਹ ਤੇ ਬਸ ਨਾ ਚੱਲੇ ਜੀ। ਕੋਈ ਵਿਰਲਾ ਵਿਰਲਾ ਜਾਣੇ ਇਸਦੇ ਰੋਗ ਅਵੱਲੇ ਜੀ। ਤੁਰਦਾ ਹੂੰ ਫਿਰਦਾ ਜਿਸਮ ਮੇਰਾ ਇੱਕ ਲਾਸ਼ ਜਿਹਾ ਲੱਗਦਾ ਹੈ, ਉਹ ਰਹਿੰਦਾ ਮੇਰੇ ਵਾਹ। ਇਰਦ ਗਿਰਦ ਅਹਿਸਾਸ ਜਿਹਾ ਲੱਗਦਾ ਹੈ। ਸ਼ਿਵ ਦੀ ਰੂਹ ਕਿਆ ਨਾਲ ਬਾਤ ਰਿਸ਼ਤਾ ਹੈ। ਮੇਰਾ ਖਾਸ ਜਿਹਾ ਲੱਗਦਾ ਹੈ, ਖਾਸ ਜਿਹਾ ਉਹ ਲੱਗਦਾ ਰਹਿੰਦਾ ਹੈ। ਇਰਦ ਗਿਰਦ ਅਹਿਸਾਸ ਜਿਹਾ ਲੱਗਦਾ ਹੈ। ਧੰਨਵਾਦ ਜੀ। ਲਾਸਟ ਹੈ ਜੀ, ਵਾਹ ਜੀ ਵਾਹ। ਉਹਦੀ ਕਦਮ ਤੇ ਚਿਹਰੇ ਲੁੱਟ ਲਿਆ ਹੋਈ ਸਿਮਰਨ ਚੱਲੀ ਜੀ। ਹੂੰ ਉਹਦੀ ਤੇ ਚਿਹਰੇ ਲੁੱਟ ਲਿਆ ਹੋਈ ਸਿਮਰਨ ਚੱਲੀਏ, ਹਿਜਰ ਤੇ ਬਿਰਹੋ ਵਾਲੀ ਵਾਹ ਇੱਧਰ ਵੀ ਹੂੰ ਚੱਲੀਏ। ਵਾਹ। ਇਹ ਗਮ ਦੀ ਦੁਨੀਆ ਵਿੱਚ ਮੈਨੂੰ ਬਣਵਾਸ ਜਿਹਾ ਲੱਗਦਾ ਹੈ, ਉਹ ਰਹਿੰਦਾ ਮੇਰੇ ਇਰਦ ਗਿਰਦ ਅਹਿਸਾਸ ਜਿਹਾ ਲੱਗਦਾ ਹੈ। ਅਹਿਸਾਸ ਸ਼ਿਵ ਜਿਹੜਾ ਦੀ ਰੂਹ ਲੱਗਦਾ ਹੈ। ਨਾਲ ਅਹਿਸਾਸ ਜਿਹਾ ਲੱਗਦਾ ਹੈ, ਉਹ ਕਿਆ ਰਹਿੰਦਾ ਬਾਤ ਮੇਰੇ ਹੈ ਇਰਦ ਜੀ। ਗਿਰਦ ਜਿਹਾ ਲੱਗਦਾ ਹੈ। ਵਾਹ ਜੀ ਵਾਹ। ਧੰਨਵਾਦ ਬਹੁਤ ਜੀ। ਖੂਬ ਸਿਮਰਨ ਜੀ। ਬਹੁਤ ਵਧੀਆ ਤੁਸੀਂ ਇਸ ਤਰ੍ਹਾਂ ਗੱਲ ਕੀਤੀ ਕਿ ਉਹਦਾ ਅਹਿਸਾਸ ਮੇਰੇ ਇਰਦ ਗਿਰਦ ਰਹਿੰਦਾ। ਵਾਕਈ ਸ਼ਿਵ ਕੁਮਾਰ ਬਟਾਲਵੀ ਜੀ ਦਾ ਜਿਹੜੀਆਂ ਰਚਨਾਵਾਂ ਸੀ ਉਹ ਦਿਲ ਨੂੰ ਛੂਹ ਲੈਂਦੀਆਂ ਸੀ, ਔਰ ਜਿਹੜਾ ਵੀ ਲੇਖਕ ਹੈ ਉਹ ਇਹੀ ਅਹਿਸਾਸ ਕਰਦਾ ਹੈ ਕਿ ਸਾਡੇ ਆਸ-ਪਾਸ ਹੀ ਨੇ ਉਹ ਵੀ। ਜਦੋਂ ਤੁਸੀਂ ਗੱਲ ਕਰ ਰਹੇ ਸੀ ਤਾਂ ਮੈਨੂੰ ਇੱਕ ਸ਼ੇਰ ਯਾਦ ਆ ਗਿਆ ਜੋ ਤੁਹਾਨੂੰ ਨਜ਼ਰ ਕਰ ਰਿਹਾ। ਕਹਿੰਦਾ, ਇੱਕ ਸ਼ਖਸ ਨਾਰਾਜ਼ ਹੈ ਸਾਤੋਂ ਕਿ ਅਸੀਂ ਕੁਝ ਲਿਖਦੇ ਨਹੀਂ।
ਇੱਕ ਸ਼ਖਸ ਜੀ ਨਾਰਾਜ਼ ਹੈ ਸਾਤੋਂ ਕਿ ਅਸੀਂ ਕੁਝ ਲਿਖਦੇ ਨਹੀਂ, ਉਹ ਲਫ਼ਜ਼ ਜੋ ਕਰਦੇ ਸਾਡੇ ਦਰਦ ਨੂੰ ਬਿਆਨ। ਕਿਉਂਕਿ ਵਿਰਹਾ ਦੀ ਗੱਲ ਚੱਲ ਰਹੀ ਹੈ ਤਾਂ ਮੇਰਾ ਦਿਲ ਕੀਤਾ ਕਿ ਇਹ ਜ਼ਰੂਰ ਸਾਂਝਾ ਕਰਿਆ ਜਾਵੇ। ਇੱਕ ਸ਼ਖਸ ਨਾਰਾਜ਼ ਹੈ ਸਾਤੋਂ ਕਿ ਅਸੀਂ ਕੁਝ ਲਿਖਦੇ ਨਹੀਂ, ਉਹ ਲਫ਼ਜ਼ ਜੋ ਜੀ ਕਰਦੇ ਸਾਡੇ ਦਰਦ ਨੂੰ ਬਿਆਨ, ਉਹ ਸਾਨੂੰ ਮਿਲਦੇ ਨਹੀਂ। ਦਰਦ ਦੀ ਜੀ ਗਰ ਜ਼ੁਬਾਨ ਹੁੰਦੀ, ਦਰਦ ਦੀ ਗਰ ਜੀ ਜ਼ੁਬਾਨ ਹੁੰਦੀ ਤੇ ਦਰਦ ਖੁਦ ਬੋਲ ਉੱਠਦੇ। ਦਰਦ ਦੀ ਜ਼ੁਬਾਨ ਜੀ ਹੁੰਦੀ ਤੇ ਦਰਦ ਖੁਦ ਬੋਲ ਉੱਠਦੇ, ਉਹ ਜ਼ਖਮ ਦਿਖਾਵਾਂ ਕਿੱਦਾਂ ਜੋ ਜ਼ਖਮ ਦਿਖਦੇ ਨਹੀਂ। ਵਾਕਈ ਲਿਖਦੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਦਿਲ 'ਚ ਜੋ ਜ਼ਖਮ ਹੁੰਦੇ ਆ ਉਹ ਦਿਖਾ ਨਹੀਂ ਸਕਦੇ ਆਪਾਂ, ਕਿਉਂਕਿ ਉਹ ਦਿਖਦੇ ਨਹੀਂ ਹੁੰਦੇ, ਲੇਕਿਨ ਸਾਨੂੰ ਸਾਡੀ ਰੂਹ ਦੀਆਂ ਚੀਸਾਂ ਨੂੰ ਪਤਾ ਹੁੰਦਾ ਵੀ ਉਹ ਜ਼ਖਮ ਕਿਸ ਤਰ੍ਹਾਂ ਦੀ ਸੀ। ਸੋ ਗੱਲ ਕਰੀਏ ਹੁਣ ਤੁਹਾਡੀ ਕਿਤਾਬ ਦੀ ਰੂਹ ਦੀਆਂ ਚੀਸਾਂ ਦੀ। ਸੋ ਕੀ ਸੁਣਾਉਣਾ ਚਾਹੋਗੇ ਆਪਣੇ ਤਰਨੁਮ ਵਿੱਚ ਜਿਹੜੀ ਕਵਿਤਾ ਉਹ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ। ਜੀ ਬਿਲਕੁਲ। ਤਰੰਨੁਮ ਦੇ ਵਿੱਚ ਮੈਂ ਸੁਣਾਵਾਂਗੀ ਮੁਹੱਬਤ। ਇਹਦੇ ਵਿੱਚ ਮੈਂ ਖਾਸ ਕਰਕੇ ਇਹ ਵੀ ਦੱਸਿਆ ਗਿਆ ਕਿ ਇੱਕ ਸ਼ਾਇਰ ਨੂੰ ਕਿਵੇਂ ਦਾ ਹੋਣਾ ਚਾਹੀਦਾ, ਕਿ ਜਿਵੇਂ ਦੀ ਮੈਂ ਆ ਉਹ ਚੀਜ਼ ਵੀ ਇਹਦੇ ਵਿੱਚ ਮੈਂ ਬਿਆਨ ਕੀਤੀ ਆ। ਸੋ ਤਰੰਨੁਮ ਦੇ ਵਿੱਚ ਸੁਣਾਵਾਂਗੀ ਕਿ ਮੇਰੀ ਵੱਖਰੀ ਅਣਖ, ਮੇਰਾ ਵੱਖਰਾ ਸੁਭਾਅ ਏ, ਮੇਰੀ ਰੂਹ ਵਿੱਚ ਹੈ ਨਾਨਕ, ਮੇਰੇ ਦਿਲ 'ਚ ਖੁਦਾ ਏ, ਕੁਝ ਮੰਗਾ ਨਾ ਰੱਬ ਤੋਂ, ਇਬਾਦਤ ਹੀ ਚਾਹੁੰਦੀ, ਮੈਂ ਸ਼ਾਇਰ ਹਾਂ ਮੈਨੂੰ ਮੁਹੱਬਤ ਹੀ ਆਉਂਦੀ, ਮੈਂ ਵਾਹ, ਸ਼ਾਇਰ ਮੈਨੂੰ ਮੁਹੱਬਤ ਹੀ ਆਉਂਦੀ। ਇੱਥੇ ਮੈਂ ਇੱਕ ਥੋੜਾ ਜਿਹਾ ਮੈਂ ਤੁਹਾਡੇ ਤੋਂ ਬ੍ਰੇਕ ਲੈਣਾ ਚਾਹੂੰਗੀ ਕਿ ਸ਼ਾਇਰ ਦਾ ਮਤਲਬ ਅਕਸਰ ਲੜਕੀਆਂ ਨੂੰ ਜਾਂ ਔਰਤਾਂ ਨੂੰ ਸ਼ਾਇਰ ਨਹੀਂ ਕਹਿੰਦੇ, ਸ਼ਾਇਰਾ ਕਹਿੰਦੇ ਆ। ਪਰ ਮੇਰੀ ਸੋਚਣੀ ਹੈ ਕਿ ਸ਼ਾਇਰ ਦਾ ਇੱਕ ਰੂਹ ਹੁੰਦਾ, ਉਹਦਾ ਕੋਈ ਜੈਂਡਰ ਨਹੀਂ ਹੁੰਦਾ। ਜੀ ਇਸ ਲਈ ਮੈਂ ਆਪਣੇ ਆਪ ਨੂੰ ਵਾਕਈ ਸ਼ਾਇਰ ਹੀ ਆਖਦੀ। ਤੇ ਉਸੇ ਤਰ੍ਹਾਂ ਮੈਂ ਲਿਖਿਆ ਹੈ ਕਿ ਹਰ ਵੇਲੇ ਮੰਗਦੀ ਹਾਂ ਰੱਬ ਦੀ ਭਲੀ ਮੈਂ, ਜਾਨ ਵੀ ਰੱਖਦੀ ਹਾਂ ਸੱਚ ਲਈ ਤਲੀ ਮੈਂ, ਮੈਨੂੰ ਲੋੜ ਪਵੇ ਤਾਂ ਸ਼ਹਾਦਤ ਵੀ ਆਉਂਦੀ, ਮੈਂ ਸ਼ਾਇਰ ਹਾਂ ਮੈਨੂੰ ਮੁਹੱਬਤ ਹੀ ਆਉਂਦੀ, ਮੈਂ ਵਾਹ ਜੀ, ਸ਼ਾਇਰ ਮੈਨੂੰ ਮੁਹੱਬਤ ਹੀ ਆਉਂਦੀ। ਸਭ ਦਰਦ ਉਧਾਰੇ ਪਰ ਆਪਣੇ ਤੇ ਸਹਿੰਦੀ। ਇਹ ਗੌਰ ਕਰਨ ਵਾਲੀ ਗੱਲ ਹੈ ਕਿ ਕਈ ਵਾਰੀ ਸਾਡੇ ਕੋਲ ਜੀ ਸਾਡਾ ਆਪਣਾ ਦਰਦ ਕੋਈ ਨਹੀਂ ਹੁੰਦਾ, ਸਾਡੇ ਇਰਦ ਗਿਰਦ ਦੇ ਦਰਦ ਹੁੰਦੇ ਆ ਜਿਹੜੇ ਅਸੀਂ ਆਪਣੇ ਆਪ ਤੇ ਹੰਢਾ ਕੇ ਰਚਨਾ ਲਿਖਦੇ ਆ। ਜੀ ਤੋ ਉਹ ਚੀਜ਼ ਹੈ ਕਿ ਸਭ ਦਰਦ ਉਧਾਰੇ ਪਰ ਆਪਣੇ ਤੇ ਸਹਿੰਦੀ, ਮੈਂ ਆਪਣੇ ਨੀ ਸਭ ਦੇ ਹੀ ਦਿਲ ਦੀਆਂ ਕਹਿੰਦੀ, ਤਾਈਓਂ ਤਾਂ ਦੁਨੀਆ ਹੈ ਪਲਕੀ ਬਿਠਾਉਂਦੀ, ਮੈਂ ਸ਼ਾਇਰ ਹਾਂ ਮੈਨੂੰ ਮੁਹੱਬਤ ਹੀ ਆਉਂਦੀ। ਅੱਗੇ ਹੈ ਜੀ, ਮੈਂ ਮੂੰਹ ਤੇ ਹੀ ਆਖਾਂ ਸਭ ਸੱਚੀਆਂ ਤੇ ਬੁਰੀਆਂ, ਨਾ ਪਿੱਠ ਪਿੱਛੇ ਆਵਣ ਚਲਾਉਣੀਆਂ ਛੁਰੀਆਂ, ਨਾ ਆਵੇ ਚਲਾਕੀ ਸ਼ਰਾਰਤ ਨਾ ਆਉਂਦੀ, ਮੈਂ ਸ਼ਾਇਰ ਹਾਂ ਮੈਨੂੰ ਮੁਹੱਬਤ ਹੀ ਆਉਂਦੀ, ਮੈਂ ਸ਼ਾਇਰ ਹਾਂ ਮੈਨੂੰ ਮੁਹੱਬਤ ਹੀ ਆਉਂਦੀ। ਲਾਸਟ ਹੈ ਜੀ ਮੇਰਾ ਆਪਾ ਮੇਰੇ ਵਸ ਦਾ ਰੋਗ ਨਹੀਂ ਹੈ, ਮੈਨੂੰ ਛੱਡ ਗਏ ਤੇ ਭੁੱਲ ਗਏ ਦਾ ਸੋਗ ਨਹੀਂ ਹੈ, ਮੈਂ ਸਿਮਰਨ ਮੈਨੂੰ ਤਾਂ ਗੁਰਬਤ ਹੀ ਆਉਂਦੀ, ਮੈਂ ਸ਼ਾਇਰ ਹਾਂ ਮੈਨੂੰ ਮੁਹੱਬਤ ਹੀ ਆਉਂਦੀ, ਮੈਂ ਸ਼ਾਇਰ ਹਾਂ ਮੈਨੂੰ ਮੁਹੱਬਤ ਹੀ ਆਉਂਦੀ। ਧੰਨਵਾਦ ਜੀ। ਕਿਆ ਬਾਤ ਹੈ। ਵਾਕਈ ਸਿਮਰਨ ਜੀ ਬਹੁਤ ਖੂਬਸੂਰਤ ਤਰੀਕੇ ਨਾਲ ਤੁਸੀਂ ਇਹ ਗੱਲ ਕੀਤੀ ਹੈ ਕਿ ਮੈਂ ਸ਼ਾਇਰ ਹਾਂ ਮੈਨੂੰ ਮੁਹੱਬਤ ਨਹੀਂ ਆਉਂਦੀ, ਕਿਉਂਕਿ ਇੱਕ ਧਾਰਨਾ ਬਣੀ ਹੋਈ ਹੈ ਵੀ ਸ਼ਾਇਰ ਸ਼ਾਇਦ ਉਹੀ ਬਣਦਾ ਹੈ ਜਿਹਨੂੰ ਕਦੀ ਮੁਹੱਬਤ ਹੋਈ ਹੋਵੇ ਜਾਂ ਉਹਨੂੰ ਮੁਹੱਬਤ 'ਚ ਧੋਖਾ ਮਿਲਿਆ ਹੋਵੇ, ਪਰ ਇਹ ਗੱਲ ਨਹੀਂ ਹੈਗੀ ਕਿਉਂਕਿ ਕਈ ਰੂਪ ਹੁੰਦੇ ਆ ਸ਼ਾਇਰੀ ਦੇ ਵੀ। ਔਰ ਵਾਕਈ ਤੁਸੀਂ ਬਹੁਤ ਵਧੀਆ ਇਸ ਗੱਲ ਨੂੰ ਆਪਣੀ ਰਚਨਾ ਰਾਹੀਂ ਸਾਨੂੰ ਦੱਸਿਆ। ਵੈਸੇ ਹੋਰ ਮੈਂ ਜੀ ਬਿਲਕੁਲ
ਤੁਹਾਡੇ ਕੋਲ ਟਾਈਮ ਮੰਗਦੀ 1 ਮਿੰਟ ਲਈ ਕਿ ਮੈਂ ਇੱਕ ਜੀ 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 ਬਟਾਲੀ ਸਾਹਿਬ ਦੀ ਇੰਟਰਵਿਊ ਸੁਣੀ ਸੀ। ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਹਾਂ ਮੈਨੂੰ ਮੁਹੱਬਤ ਹੈ, ਮੈਨੂੰ ਜੀ ਮੁਹੱਬਤ ਹੈ ਪੱਤਿਆਂ ਨਾਲ, ਟਾਹਣੀਆਂ ਨਾਲ, ਕੁਦਰਤ ਨਾਲ, ਮਿੱਟੀ ਨਾਲ, ਜੀ ਕਿ ਇਹ ਮੈਂ ਉਹੀ ਗੱਲ ਮੁਹੱਬਤ ਜ਼ਿਕਰ ਵਿੱਚੋਂ ਕਰ ਰਿਹਾ ਕਿ ਮੈਨੂੰ ਮੁਹੱਬਤ ਜ਼ਰੂਰੀ ਨਹੀਂ ਕਿ ਇੱਕ ਮੁਹੱਬਤ ਆਦਮੀ ਔਰਤ ਦੀ ਹੁੰਦੀ ਹੈ। ਮੁਹੱਬਤ ਦੇ ਕਈ ਰੂਪ ਹੁੰਦੇ ਜੀ ਆ। ਉਹ ਤੁਸੀਂ ਜਿਸ ਤਰ੍ਹਾਂ ਹੁਣ ਜ਼ਿਕਰ ਕੀਤਾ ਜੀ ਪੱਤਿਆਂ ਨਾਲ, ਟਾਹਣੀਆਂ ਨਾਲ, ਔਰ ਜੇ ਆਪਾਂ ਕਹੀਏ ਕੁਦਰਤ ਨਾਲ, ਨਦੀ, ਨੀਰ, ਜਿਹੜੇ ਝਰਨੇ ਇਹਨਾਂ ਨਾਲ, ਹਨਾ, ਹਰ ਚੀਜ਼ ਵਿੱਚ ਕਿਸੇ ਨੂੰ ਫੁੱਲਾਂ ਨਾਲ, ਹਰ ਚੀਜ਼ ਨਾਲ ਮੁਹੱਬਤ ਤੁਹਾਨੂੰ ਹੋ ਸਕਦੀ ਹੈ। ਔਰ ਮੁਹੱਬਤ ਦੇ ਕਈ ਰੂਪ ਹੁੰਦੇ ਆ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ। ਸੋ ਬੜੀ ਵਧੀਆ ਗੱਲ ਕੀਤੀ ਤੁਸੀਂ। ਸਿਮਰਨ ਜੀ, ਰੂਹਾਂ ਦੀਆਂ ਚੀਸਾਂ ਵਿੱਚ ਤੁਸੀਂ ਆਪਣੇ ਦਰਦ ਨੂੰ ਬਿਆਨ ਕੀਤਾ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਉਸ ਵੇਲੇ ਤੁਸੀਂ ਬਿਮਾਰ ਸੀ, ਹਸਪੀਟਲ 'ਚ ਬੈਠੇ ਸੀ, ਔਰ ਉਸ ਵੇਲੇ ਤੁਸੀਂ ਆਪਣੀਆਂ ਕਵਿਤਾਵਾਂ ਰਚਨਾ ਇਕੱਠੀਆਂ ਕੀਤੀਆਂ ਤੇ ਉਸ ਜਿਹੜਾ ਪ੍ਰਕਾਸ਼ਿਤ ਸੀ ਉਹਨੂੰ ਤੁਸੀਂ ਭੇਜੀਆਂ, ਜਾਂ ਜਿਹੜਾ ਪਬਲਿਸ਼ਰ ਸੀ। ਸੋ ਮੈਂ ਚਾਹਾਂਗਾ ਉਹਦੇ ਵਿੱਚੋਂ ਵੀ ਤੁਸੀਂ ਆਪਣੀ ਕੋਈ ਜਿਹੜੀਆਂ ਰਚਨਾ ਸਾਡੇ ਨਾਲ ਸਾਂਝੀਆਂ ਜ਼ਰੂਰ ਕਰੋ। ਕਿ ਮੈਂ ਵੈਸੇ ਤਾਂ ਮੈਂ ਹਰ ਤਰ੍ਹਾਂ ਦਾ ਰੰਗ ਲਿਖ ਲੈਂਦੀ ਹਾਂ, ਕਿਉਂਕਿ ਜੀ ਪਹਿਲਾਂ ਮੈਨੂੰ ਵਹਿਮ ਸੀਗਾ ਕਿ ਸ਼ਿਵ ਨੇ ਸਿਰਫ ਬਿਰਹਾ ਹੀ ਲਿਖਿਆ, ਪਰ ਜਦੋਂ ਮੈਨੂੰ ਜੀ ਪੂਰੀ ਤਰ੍ਹਾਂ ਜਾਣਕਾਰੀ ਮਿਲੀ ਤੇ ਫਿਰ ਮੈਨੂੰ ਪਤਾ ਲੱਗਿਆ ਕਿ ਸ਼ਿਵ ਨੇ ਸਾਰਾ ਕੁਝ ਲਿਖਿਆ, ਕੁਦਰਤ ਲਿਖੀ, ਟਾਹਣੀਆਂ, ਪੱਤੇ, ਮਿੱਟੀ, ਸਾਰਾ ਕੁਝ ਲਿਖਿਆ। ਉਸ ਤੋਂ ਬਾਅਦ ਫਿਰ ਮੇਰੀ ਕਲਮ ਨੇ ਵੀ ਸਾਰੇ ਰੰਗ ਲਏ, ਪਰ ਮੇਰੀ ਇੱਕ ਜੀ ਤਮੰਨਾ ਸੀ ਕਿ ਜੋ ਮੈਂ ਆਪਣੇ ਉੱਤੇ ਸਿਆ ਹੈ, ਜੋ ਮੈਂ ਆਪਣੇ ਹੂੰ ਉੱਤੇ ਮਹਿਸੂਸ ਕੀਤਾ ਹੈ ਹਰ ਟਾਈਮ, ਹੰਡਾਇਆ ਹੈ ਕਿ ਇਹਦੇ ਮੈਂ ਵਿੱਚ। ਹਾਂਜੀ ਸਭ ਤੋਂ ਪਹਿਲਾਂ ਮੈਂ ਉਹ ਚੀਜ਼ ਹੀ ਅਮਰ ਕਰਾਂਗੀ, ਕਿਉਂਕਿ ਕਹਿੰਦੇ ਨਹੀਂ ਜਿਹੜਾ ਹੁੰਦਾ ਉਹਦੀ ਜਦੋਂ ਬੁੱਕ ਆਉਂਦੀ ਹੈ ਤੇ ਉਹ ਅਮਰ ਹੋ ਜਾਂਦਾ। ਸੋ ਜੀ ਸਭ ਤੋਂ ਪਹਿਲਾਂ ਬਿਰਹਾ ਦਾ ਰੰਗ ਇਹਦੇ ਵਿੱਚ, ਰੂਹ ਦੀਆਂ ਚੀਸਾਂ ਕਿਤਾਬ ਦੇ ਵਿੱਚ ਸਿਰਫ ਔਰ ਸਿਰਫ ਬਿਰਹਾ ਦਾ ਰੰਗ ਹੈ, ਤੇ ਉਹਦੇ ਵਿੱਚੋਂ ਮੈਂ ਆਪਣੀ ਪਹਿਲੀ ਕਵਿਤਾ ਹੀ ਸੁਣਾਉਣੀ ਆ ਜੋ ਮੇਰੀ ਪੂਰੀ ਜ਼ਿੰਦਗੀ ਹੀ ਬਿਆਨ ਕਰ ਜਾਂਦੀ ਹੈ 4 ਪੈਰਿਆਂ ਦੇ ਵਿੱਚ। ਤੇ ਉਹ ਮੈਂ ਬੋਲ ਕੇ ਸੁਣਾਵਾਂਗੀ ਕਿ ਕਹਿਣ ਸਾਰੇ ਭੁੱਲ ਜਾ, ਕਿਉਂਕਿ ਬੰਦਾ ਮਾੜਾ ਨਹੀਂ ਹੁੰਦਾ, ਕਹਿੰਦੇ ਸਮਾਂ ਮਾੜਾ ਜੀ ਹੁੰਦਾ। ਜੀ ਠੀਕ ਹੈ, ਵਾਕਈ ਤੇ ਇਹ ਮੇਰੀ ਕਹਾਣੀ ਦੀ ਪਹਿਲੀ ਕਵਿਤਾ ਹੈ ਕਿ ਕਹਿਣ ਸਾਰੇ ਭੁੱਲ ਜਾ ਜੋ ਤੇਰੇ ਨਾਲ ਬੀਤੀਆਂ, ਤੂੰ ਵੀ ਆਖੇ ਸਿਮਰਨ ਛੱਡ ਹੋਈਆਂ ਬੀਤੀਆਂ। ਵਾਹ ਇਹ ਕਦਰਾਂ ਦੀ ਅੱਗ, ਇਹ ਸਬਰਾਂ ਦੀ ਅੱਗ, ਕਿਵੇਂ ਦਿਲ ਤੋਂ ਬੁਝਾਵਾਂ ਮੈਂ, ਕਿਵੇਂ ਭੁੱਲ ਜਾਵਾਂ ਮੈਂ, ਕਿਵੇਂ ਭੁੱਲ ਵਾਹ ਜਾਵਾਂ ਮੈਂ। ਕਿਵੇਂ ਭੁੱਲ ਉਹ ਜਾਵਾਂ ਮੈਂ। ਸੁੱਕਿਆਂ ਫੁੱਲਾਂ ਦਾ ਚਾਹ ਦੇ ਕੱਪ ਲਈ ਤਰਸਣਾ, ਉਹ ਕੁੱਖ ਵਿੱਚ ਬੇਕਸੂਰ ਰੂਹ ਦਾ ਤੜਪਣਾ, ਚਾਹ ਕੇ ਵੀ ਚੀਕੇ ਨਾ ਦਿਲ ਚੋਂ ਭੁਲਾਵਾਂ ਮੈਂ, ਕਿਵੇਂ ਭੁੱਲ ਜਾਵਾਂ ਮੈਂ, ਕਿਵੇਂ ਭੁੱਲ ਵਾਹ ਜਾਵਾਂ ਮੈਂ। ਕਿਵੇਂ ਭੁੱਲ ਜਾਵਾਂ ਮੈਂ। ਉਹ ਵਾਰ-ਵਾਰ ਤੇਰਾ ਯਾਰਾ ਧੋਖੇਬਾਜ਼ ਹੋਣਾ ਵੇ, ਤੇਰਾ ਫੇਰ ਵੀ ਤੇਰੇ ਲਈ ਭਰ ਸਿਸਕੀਆਂ ਰੋਣਾ ਵੇ, ਹੁਕਮ ਕਰੇ ਤਾਂ ਸੀਨਾ ਚੀਰ ਕੇ ਦਿਖਾਵਾਂ ਮੈਂ, ਕਿਵੇਂ ਵਾਹ ਭੁੱਲ ਜਾਵਾਂ ਮੈਂ, ਕਿਵੇਂ ਭੁੱਲ ਜਾਵਾਂ। ਕਿਵੇਂ ਭੁੱਲ ਜਾਵਾਂ। ਉਹ ਵਾਰ-ਵਾਰ ਖੁਦ ਨੂੰ ਗੱਲ ਮੌਤ ਦੇ ਲਗਾਉਣਾ ਵੇ, ਪਰ ਰੁਕ ਜਾਣਾ ਚੇਤਾ ਜਦੋਂ ਮਮਤਾ ਦਾ ਆਉਣਾ ਵੇ। ਵਾਹ ਘੁੱਟ-ਘੁੱਟ ਲਏ ਤੇਰੇ ਹੌਂਕੇ ਅਤੇ ਹਾਵਾਂ ਮੈਂ, ਕਿਵੇਂ ਭੁੱਲ ਜਾਵਾਂ ਮੈਂ, ਕਿਵੇਂ ਭੁੱਲ ਜਾਵਾਂ। ਵਾਹ ਉਹ ਜੀ ਉੱਠ-ਉੱਠ ਵਾਹ। ਰਾਤਾਂ ਕੁਵੇਲੇ ਬਾਣੀ ਪੜ੍ਹਨਾ, ਉਹ ਉੱਠ-ਉੱਠ ਰਾਤਾਂ ਨੂੰ ਕੁਵੇਲੇ ਬਾਣੀ ਪੜ੍ਹਨਾ, ਲੈ ਥਾਪੜਾ ਗੁਰਾਂ ਤੋਂ ਫੇਰ ਦਰਦਾਂ ਨਾਲ ਲੜਨਾ, ਮੰਗਦੀ ਦੁਆ ਸੀ ਤੁਰ ਦੁਨੀਆ ਤੋਂ ਜਾਵਾਂ ਮੈਂ, ਕਿਵੇਂ ਭੁੱਲ ਜਾਵਾਂ ਮੈਂ, ਕਿਵੇਂ ਭੁੱਲ ਜਾਵਾਂ। ਕਿਵੇਂ ਭੁੱਲ ਅੱਜ ਜਾਵਾਂ। ਵੀ ਨਹੀਂ ਵਾਹ ਜੀ। ਭੁੱਲਦੀ ਜੋ ਮੈਂ ਹਾਰੀਆਂ ਸੀ ਬਾਜ਼ੀਆਂ। ਤੇ ਵਕਤ ਬਦਲ ਜਾਂਦਾ ਪਰ ਉਹ ਦਰਦ ਜਿਹੜੇ ਨਾ, ਉਹ ਜ਼ਖਮ ਜਿਹੜੇ ਉਹ ਰਿਸਦੇ ਰਹਿੰਦੇ ਆ। ਕਿਆ ਸੋ ਬਾਤ ਹੈ ਇਸ ਜੀ। ਤਰ੍ਹਾਂ ਕਿ ਇਹਨੇ ਭੁੱਲੀ ਜੋ ਮੈਂ ਹਾਰੀਆਂ ਸੀ ਬਾਜ਼ੀਆਂ, ਤੇਰੇ ਲਈ ਪੁਰਾਣੀਆਂ ਨੇ ਮੇਰੇ ਲਈ ਤਾਜ਼ੀਆਂ, ਮੇਰੇ ਲਈ ਜੋ ਤਾਜ਼ੀਆਂ। ਗੈਰਾਂ ਵਾਹ ਲਈ ਖੁਦ ਨੂੰ ਸਜਾਵਾਂ ਮੈਂ, ਕਿਵੇਂ ਭੁੱਲ ਜਾਵਾਂ ਮੈਂ, ਕਿਵੇਂ ਭੁੱਲ ਜਾਵਾਂ ਮੈਂ। ਲਾਸਟ ਹੈ ਜੀ, ਸਿਮਰਨ ਜੀ ਤੇਰਿਆਂ ਲਈ ਰਹਿਮਤ ਰਹੀ ਵੇ, ਸਿਮਰਨ ਤੇਰਿਆਂ ਲਈ ਰਹਿਮਤ ਰਹੀ ਵੇ, ਸਹੁੰ ਤੈਨੂੰ ਉਹਨਾਂ ਵੱਲੋਂ ਕਫਨ ਨਾ ਦਈ ਵੇ। ਇਹ ਮੇਰੇ ਮਨ ਦੀ ਇੱਛਾ ਹੈ ਜੋ ਮੈਂ ਜ਼ਾਹਿਰ ਕੀਤੀ ਹੈ ਕਿ ਜੀ ਸਿਮਰਨ ਤੇਰਿਆਂ ਲਈ ਰਹਿਮਤ ਰਹੀ ਵੇ, ਸਹੁੰ ਤੈਨੂੰ ਉਹਨਾਂ ਵੱਲੋਂ ਕਫਨ ਨਾ ਦਈ ਵੇ, ਹੋਣ ਸ਼ਰਮਿੰਦਾ ਜਦੋਂ ਦੁਨੀਆ ਤੋਂ ਜਾਵਾਂ ਮੈਂ, ਕਿਵੇਂ ਭੁੱਲ ਜਾਵਾਂ ਮੈਂ, ਕਿਵੇਂ ਭੁੱਲ ਜਾਵਾਂ। ਕਿਵੇਂ ਮੈਂ ਭੁੱਲ ਜਾਵਾਂ ਮੈਂ। ਵਾਹ ਜੀ ਵਾਹ ਬਹੁਤ ਖੂਬ। ਵਾਕਈ
ਸਿਮਰਨ ਜੀ ਬਹੁਤ ਵਧੀਆ ਤੁਸੀਂ ਇਸ ਰਚਨਾ ਨੂੰ ਸਾਡੇ ਨਾਲ ਸਾਂਝਾ ਕੀਤਾ ਕਿ ਕਿਸ ਤਰ੍ਹਾਂ ਭੁੱਲ ਜਾਈਏ ਉਹ ਗੱਲਾਂ ਜਾਂ ਉਹ ਸਾਡੇ ਜੋ ਰਿਸ਼ਤੇ ਨਾਤੇ ਸੀ ਉਹਨੂੰ ਕਿਸ ਤਰ੍ਹਾਂ ਭੁੱਲ ਜਾਈਏ। ਵਾਕਈ ਜਦੋਂ ਜੀ ਇੱਕ ਸ਼ੇਰ ਅਰਜ਼ ਕਰ ਰਿਹਾ ਮੈਂ ਤੁਹਾਨੂੰ, ਕਹਿੰਦੇ ਔਖਾ ਲੰਘਦਾ ਜੀ ਇਹ ਵਕਤ ਵਿਛੋੜੇ ਦਾ। ਜਦੋਂ ਕਿਸੇ ਨਾਲ ਵਿਛੋੜਾ ਪੈਂਦਾ ਨਾ ਜੀ ਫਿਰ ਉਹ ਬਹੁਤ ਔਖਾ ਜੀ ਲੰਘਦਾ ਹੈ ਟਾਈਮ। ਕਹਿੰਦਾ ਜੀ ਔਖਾ ਲੰਘਦਾ ਇਹ ਵਕਤ ਵਿਛੋੜੇ ਦਾ, ਬਿਨ ਯਾਰ ਗੁਜ਼ਾਰਾ ਕੌਣ ਕਰੇ। ਔਖਾ ਲੰਘਦਾ ਕੌਣ ਕਰੇ। ਇੱਕ ਵਕਤ ਵਿਛੋੜੇ ਦਾ, ਬਿਨ ਯਾਰ ਗੁਜ਼ਾਰਾ ਕੌਣ ਕਰੇ। ਇੱਕ ਦਿਨ ਹੋਵੇ ਤਾਂ ਜੀ ਲਵਾਂਗੇ, ਇੱਕ ਦਿਨ ਹੋਵੇ ਤਾਂ ਜੀ ਲਵਾਂਗੇ, ਸਾਰੀ ਉਮਰ ਗੁਜ਼ਾਰਾ ਕੌਣ ਕਰੇ। ਕਿਉਂਕਿ ਬਹੁਤ ਔਖਾ ਹੋ ਜਾਂਦਾ ਬਿਲਕੁਲ ਜਦ ਤੁਸੀਂ ਕਿਸੇ ਤੋਂ ਵਿਛੜਦੇ ਹੋ। ਇੱਕ ਅੱਧਾ ਦਿਨ ਹੋਵੇ ਤਾਂ ਬੰਦਾ ਹਾਂਜੀ ਬਰਦਾਸ਼ਤ ਕਰ ਲੈਂਦਾ, ਪਰ ਸਾਰੀ ਉਮਰ ਦਾ ਵਿਛੋੜਾ ਨਹੀਂ ਚੱਲ ਹੁੰਦਾ। ਵਾਕਈ ਇਹ ਗੱਲ ਬਿਲਕੁਲ ਸੱਚੀ ਹੈ। ਸਿਮਰਨ ਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਡੀ ਅਗਲੀ ਰਚਨਾ ਵੱਲ ਚਲਾਂ, ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਦਰਸ਼ਕੋ ਸਾਡੀ ਜਿਹੜੀ ਕਾਲ ਲਾਈਨ ਹੈ ਉਹ ਖੁੱਲ ਚੁੱਕੀਆਂ ਨੇ। ਸੋ ਜੇ ਤੁਸੀਂ ਸਾਡੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਾ ਚਾਹੁੰਦੇ ਹੋ ਤਾਂ ਨੰਬਰ ਸਕਰੀਨ ਤੇ ਸਕਰੋਲ ਹੋ ਰਿਹਾ ਹੈ 01212895,000। ਤੁਸੀਂ ਇਸ ਨੰਬਰ ਤੇ ਫੋਨ ਕਰਕੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਸਕਦੇ ਹੋ। ਤੇ ਜਦ ਤੱਕ ਤੁਹਾਡੀ ਕਾਲ ਆਉਂਦੀ ਹੈ ਤੇ ਅਸੀਂ ਗੱਲ ਕਰਦੇ ਹਾਂ ਸਿਮਰਨ ਜੀ ਉਹਨਾਂ ਨਾਲ। ਸਿਮਰਨ ਜੀ, ਤੁਸੀਂ ਗੱਲ ਜ਼ਿਕਰ ਕੀਤਾ ਕਿ ਤੁਸੀਂ ਕਈ ਹਰ ਤਰ੍ਹਾਂ ਦੇ ਰੰਗ ਲਿਖ ਲੈਂਦੇ ਹੋ, ਹਰ ਤਰ੍ਹਾਂ ਦੀ ਕਵਿਤਾ ਲਿਖ ਲੈਂਦੇ ਹੋ। ਤੁਸੀਂ ਇਸ਼ਕ ਦੀ ਗੱਲ ਕੀਤੀ ਹੈ, ਇਸ਼ਕ ਹਕੀਕੀ ਦੀ ਗੱਲ ਕੀਤੀ ਹੈ, ਵਿਛੋੜੇ ਦੀ ਗੱਲ ਕੀਤੀ ਹੈ। ਹੋਰ ਤੁਸੀਂ ਕਿਹੜੇ ਰੰਗ ਲਿਖੇ, ਕਿਹੜੇ ਰੰਗ ਵਿੱਚ ਸਾਡੇ ਅੱਜ ਦਰਸ਼ਕਾਂ ਨੂੰ ਹੋਰ ਰੰਗਣਾ ਚਾਹੋਗੇ? ਹਾਂਜੀ, ਮੈਂ ਦੁਨੀਆਦਾਰੀ ਦੇ ਰੰਗ, ਧੀ ਪਿਓ ਦਾ ਵਿਛੋੜਾ, ਮਾਂ ਧੀ ਦਾ ਵਿਛੋੜਾ, ਭੈਣ ਭਰਾ ਦਾ ਵਿਛੋੜਾ, ਹਨਾ। ਜ਼ਰੂਰੀ ਨਹੀਂ ਹੁੰਦਾ ਜੀ ਕਿ ਦਰਦ ਜਿਹੜਾ ਉਹ ਇਸ਼ਕ ਦਾ ਹੀ ਦਰਦ ਹੋਵੇ, ਕਿਉਂਕਿ ਹੋਰ ਵੀ ਬਹੁਤ ਜੀ ਸਾਰੇ ਵਾਕਈ ਦਰਦ ਹੁੰਦੇ ਆ। ਜਦੋਂ ਪਿਓ ਜੀ ਚੜ੍ਹਦੀ ਬਰੇਸੇ ਪਿਓ ਦੁਨੀਆ ਤੋਂ ਚਲਿਆ ਜਾਂਦਾ ਤੇ ਜ਼ਿੰਮੇਵਾਰੀ ਭਰਾ ਦੇ ਸਿਰ ਤੇ ਪੈ ਜਾਂਦੀ ਆ, ਉਹ ਦਰਦ ਜੀ ਲਿਖਿਆ ਮੈਂ। ਜਦੋਂ ਚੜ੍ਹਦੀ ਉਮਰੇ ਵਿਧਵਾ ਮੁਟਿਆਰ ਹੋ ਜਾਂਦੀ ਆ ਤੇ ਉਹ ਦੋ ਰਾਹੇ ਤੇ ਪੈ ਜਾਂਦੀ ਕਿ ਹੁਣ ਕੀਤਾ ਕੀ ਜਾਵੇ। ਮਾਂ ਬਾਪ ਦੇ ਹਿੱਕ ਦੇ ਉੱਤੇ ਬਹਿਣਾ ਵੀ ਸੌਖਾ ਨਹੀਂ ਹੁੰਦਾ। ਇਸ ਤਰ੍ਹਾਂ ਦੇ ਰੰਗ ਮੈਂ ਜ਼ਿਆਦਾਤਰ ਲਿਖਦੀ ਹਾਂ। ਸੋ ਮੇਰਾ ਆ ਹੁਣ ਜੇ ਮੈਂ ਦੀਵਾਲੀ ਤੇ ਹੀ ਲਿਖਿਆ ਸੀਗਾ ਕਿ ਅਸੀਂ ਤਾਂ ਆਪਣੇ ਜੀ ਘਰਾਂ ਦੇ ਵਿੱਚ ਦੀਵਾਲੀਆਂ ਮਨਾਉਂਦੇ ਆ ਤੇ ਜੀ ਜਿਹੜੇ ਬਾਹਰ ਬੈਠੇ ਤੁਹਾਡੇ ਵਰਗੇ ਸਾਡੇ ਭੈਣ ਭਰਾ ਨੇ ਤੇ ਉਹਨਾਂ ਦੇ ਉੱਤੇ ਕੀ ਬੀਤਦੀ ਆ, ਉਹ ਕੀ ਮਹਿਸੂਸ ਕਰਦੇ ਆ, ਤੇ ਉਹ ਚੀਜ਼ ਮੈਂ ਦੀਵਾਲੀ ਤੇ ਲਿਖੀ ਸੀ। ਜੇ ਤੁਸੀਂ ਆਗਿਆ ਦਿਓ ਤੇ ਮੈਂ ਉਹਦੀ ਮੈਂ ਇਰਸ਼ਾਦ ਜੀ, ਤੁਹਾਨੂੰ ਇਰਸ਼ਾਦ ਆਜਮ ਇਰਸ਼ਾਦ ਜੀ। ਜੀ ਉਹ ਹੈਗਾ ਜੀ। ਜੇ ਤੁਹਾਡੀ ਆਵਾਜ਼ ਸਿਮਰਨ ਜੀ ਨਹੀਂ ਆ ਰਹੀ ਹੈਗੀ ਇਸ ਵੇਲੇ। ਹੈਲੋ ਹੈਲੋ। ਹਾਂਜੀ, ਮੈਨੂੰ ਲੱਗ ਰਿਹਾ ਸ਼ਾਇਦ ਉਹਨਾਂ ਦੇ ਨਾਲ ਲਿੰਕ ਕੱਟ ਹੋ ਗਿਆ ਹੈ। ਸੋ ਮੈਂ ਆਪਣੀ ਟੀਮ ਨੂੰ ਕਹੂੰਗਾ ਕਿ ਜਰਾ ਉਹਨਾਂ ਨਾਲ ਲਿੰਕ ਦੁਬਾਰਾ ਕਰ ਲੈਣ, ਕਾਲ ਕਰਕੇ ਉਹਨਾਂ ਨੂੰ ਦੱਸ ਦਿਓ ਵੀ ਕਿਸ ਤਰ੍ਹਾਂ ਲਿੰਕ ਨੂੰ ਕਨੈਕਟ ਕਰਨਾ ਹੈ। ਤੇ ਪਿਆਰੇ ਦਰਸ਼ਕੋ, ਜਦ ਤੱਕ ਸਿਮਰਨ ਜੀ ਉਹਨਾਂ ਦਾ ਦੁਬਾਰਾ ਲਿੰਕ ਹੁੰਦਾ, ਕਿਉਂਕਿ ਤੁਹਾਨੂੰ ਪਤਾ ਹੈ ਕਿ ਕਾਲ ਇੰਡੀਆ ਤੋਂ ਲਈ ਸੀ ਅਸੀਂ, ਔਰ ਉਸ ਵੇਲੇ ਇਹ ਪ੍ਰੋਬਲਮਸ ਆ ਜਾਂਦੀਆਂ ਇਦਾਂ ਦੀਆਂ, ਕਿਉਂਕਿ ਨੈਟ ਦੀ ਕਈ ਵਾਰੀ ਪ੍ਰੋਬਲਮ ਚੱਲਦੀ ਹੈ ਇੰਡੀਆ 'ਚ ਤਾਂ ਨਹੀਂ ਹੋ ਸਕਦੀ, ਤਾਂ ਲਿੰਕ ਟੁੱਟ ਵੀ ਜਾਂਦਾ ਹੈ। ਤੇ ਸਾਡੀ ਟੀਮ ਜਦ ਤੱਕ ਉਹਨਾਂ ਨਾਲ ਗੱਲ ਕਰ ਰਹੀ ਹੈ ਤੇ ਆਪਾਂ ਗੱਲ ਕਰਦੇ ਹਾਂ ਉਦੋਂ ਤੱਕ ਅੱਜ ਦੇ ਇਸ ਪ੍ਰੋਗਰਾਮ ਬਾਰੇ। ਔਰ ਮੈਂ ਇੰਤਜ਼ਾਰ ਕਰ ਰਿਹਾ ਤੁਹਾਡੀ ਕਾਲ ਦਾ, ਸੇ ਤੁਸੀਂ ਕਾਲ ਕਰੋ। ਇਸ ਤੋਂ ਪਹਿਲਾਂ ਕਿ ਸਿਮਰਨ ਜੀ ਉਹਨਾਂ ਨਾਲ ਕਨੈਕਟ ਹੋ ਜਾਵੇ ਸਾਡਾ, ਕੋਈ ਨਾ, ਤੁਸੀਂ ਆਪਣੀ ਕਾਲ ਸਾਡੇ ਨਾਲ ਕਰ ਸਕਦੇ ਹੋ ਤੇ ਅੱਜ ਇਸ ਪ੍ਰੋਗਰਾਮ ਵਿੱਚ ਤੁਸੀਂ ਸ਼ਿਰਕਤ ਕਰ ਵੀ ਸਕਦੇ ਹੋ। ਸੋ ਗੱਲ ਚੱਲ ਰਹੀ ਸੀ ਸਿਮਰਨ ਹੋਣਾ ਦੀ ਕਿ ਇੱਕ ਛੋਟੇ ਜਿਹੇ ਪਿੰਡ ਤੋਂ ਕਿਸ ਤਰ੍ਹਾਂ ਉਹ ਉੱਠ ਕੇ ਲੁਧਿਆਣੇ 'ਚ ਆਏ, ਆ ਕੇ ਵੀ ਉਹਨਾਂ ਨੇ ਚਲੋ ਆਪਣੇ ਸਹੁਰੇ ਪਰਿਵਾਰ 'ਚ ਜਿਸ ਤਰ੍ਹਾਂ ਵੀ ਸੈਟਲ ਹੋਏ, ਔਰ ਲੇਕਿਨ ਉਹਨਾਂ ਨੇ ਆਪਣੀ ਕਲਮ ਨੂੰ ਜਾਰੀ ਰੱਖਿਆ। ਉਹਨਾਂ ਨੂੰ ਆਪਣੀ ਕਲਮ ਨਾਲ ਆਪਣੇ ਜਜ਼ਬਾਤਾਂ ਨੂੰ ਪੇਪਰ ਤੇ ਲਾਉਂਦੇ ਰਹੇ, ਔਰ ਅੱਜ ਇਸ ਮੁਕਾਮ ਤੇ ਪਹੁੰਚ ਚੁੱਕੇ ਨੇ ਕਿ ਉਹਨਾਂ ਦੇ ਗੀਤ ਵੀ ਕਈ ਜਿਹੜੇ ਗਾਇਕ ਉਹਨਾਂ ਨੇ ਗਾਏ ਨੇ, ਔਰ ਉਸ ਤੋਂ ਬਾਅਦ ਉਹਨਾਂ ਨੇ ਆਪ ਵੀ ਆਪਣਾ ਗੀਤ ਕੱਢਿਆ। ਔਰ ਜਿਸ ਤਰ੍ਹਾਂ ਉਹ ਗੱਲ ਕਰ ਰਹੇ ਸੀਗੇ ਕਿ ਇਸ ਗੀਤ ਵਿੱਚ ਉਹਨਾਂ ਨੇ ਸੇਧ ਦਿੱਤੀ ਹੈ, ਨਾ ਕਿ ਜਿਸ ਤਰ੍ਹਾਂ ਪਹਿਲਾਂ ਗਾਣੇ ਚੱਲਦੇ ਸੀ ਕਿ ਪੀਣੀ ਹੈ ਸਰਦਾਰਾ ਵੀ ਅੱਜ ਘੁੱਟ ਪੀਣੀ ਹੈ, ਜੋ ਆਪਾਂ ਗੱਲ ਕਰ ਲਈਏ, ਲੇਕਿਨ ਇਸ ਗੀਤ ਨੂੰ ਉਹਨਾਂ ਨੇ ਸੁਣ ਕੇ ਉਸ ਗੀਤ ਚੋਂ ਸੇਧ ਦਿੱਤੀ ਅੱਜ ਦੇ ਨੌਜਵਾਨਾਂ ਨੂੰ ਕਿ ਜੇ ਤੁਸੀਂ ਨਾ ਹੀ ਪੀਓ ਇਸ ਚੀਜ਼ ਨੂੰ ਤਾਂ ਜ਼ਿਆਦਾ ਵਧੀਆ ਹੋਵੇਗਾ। ਤੇ ਇਸ ਤਰ੍ਹਾਂ ਦੇ ਲੇਖਕ ਨੂੰ ਸਾਨੂੰ ਚਾਹੀਦੇ ਨੇ ਜੋ ਵਧੀਆ ਵਧੀਆ ਲੇਖ ਲਿਖ ਕੇ ਸਾਡੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਿੱਧੇ ਰਸਤੇ ਪਾਉਣ, ਕਿਉਂਕਿ ਸਾਡਾ ਫਰਜ਼ ਬਣਦਾ ਹੈ ਆਪਣੀ ਨੌਜਵਾਨ ਪੀੜ੍ਹੀ ਨੂੰ ਰੋਕਣ, ਇਸ ਨਸ਼ਿਆਂ ਤੋਂ ਰੋਕਣ ਦਾ। ਜੇ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਵਿੱਚ ਕਿਸ ਤਰ੍ਹਾਂ ਹਾਲਾਤ ਹੋ ਚੁੱਕੇ ਨੇ ਹੁਣ, ਗੱਲਾਂ ਜੇ ਆਪਾਂ ਇਸ ਗੱਲ ਨੂੰ ਲੈ ਕੇ ਚੱਲੀਏ ਤਾਂ ਬਹੁਤ ਜ਼ਿਆਦਾ ਹੋ ਜਾਂਦੀਆਂ ਤੇ
ਮੈਂ ਨਹੀਂ ਚਾਹਾਂਗਾ ਕਿ ਆਪਾਂ ਇਸ ਨਸ਼ਿਆਂ ਦੇ ਦਰਿਆ ਵੱਲ ਵੀ ਚਲੀਏ, ਕਿਉਂਕਿ ਗੱਲ ਚੱਲ ਰਹੀ ਸੀ ਸਾਡੀ ਮੌਸੀਕੀ ਦੀ ਅੱਜ ਔਰ ਸ਼ਾਇਰੀ ਦੀ। ਸੋ ਇਸ ਤੋਂ ਪਹਿਲਾਂ ਕਿ ਸਾਡੇ ਨਾਲ ਸਿਮਰਨ ਜੀ ਹੋਣੀ ਦੁਬਾਰਾ ਜੁੜਦੇ ਨੇ, ਇੱਕ ਛੋਟੀ ਜਿਹੀ ਸ਼ੇਰ ਤੁਹਾਡੇ ਨਾਲ ਮੈਂ ਸਾਂਝਾ ਕਰ ਰਿਹਾ ਜੋ ਇਸ਼ਕ ਨੂੰ ਲੈ ਕੇ ਹੀ ਲਿਖਿਆ ਸੀਗਾ। ਕਹਿੰਦੇ ਨੇ, ਇਸ਼ਕ ਵਿੱਚ ਭਿੱਜਣਾ ਕੋਈ ਖੇਲ ਨਹੀਂ ਹੁੰਦਾ, ਕਿਉਂਕਿ ਇਸ਼ਕ ਵਾਕਈ ਕੋਈ ਖੇਲ ਨਹੀਂ ਹੈ ਔਰ ਸੱਚਾ ਇਸ਼ਕ ਬੜਾ ਮੁਸ਼ਕਿਲ ਹੁੰਦਾ ਹੈ। ਇਸ਼ਕ ਵਿੱਚ ਭਿੱਜਣਾ ਕੋਈ ਖੇਲ ਨਹੀਂ ਹੁੰਦਾ, ਬਿਨ ਭਿੱਜਿਆ ਰੂਹਾਂ ਦਾ ਮੇਲ ਨਹੀਂ ਹੁੰਦਾ। ਮੇਲ ਹੋ ਜਾਵੇ ਤਾਂ ਇਹ ਜੁਦਾ ਨਹੀਂ ਹੁੰਦਾ। ਇਸ਼ਕ ਰੱਬ ਹੈ, ਇਸ਼ਕ ਦਾ ਕੋਈ ਖੁਦਾ ਨਹੀਂ ਹੁੰਦਾ। ਵਾਕਈ ਇਸ਼ਕ ਆਪਣੇ ਆਪ ਵਿੱਚ ਇੱਕ ਰੱਬ ਹੈ, ਇਸ਼ਕ ਦਾ ਕੋਈ ਖੁਦਾ ਨਹੀਂ ਹੁੰਦਾ। ਸੋ ਜਦ ਤੱਕ ਸਾਡੀ ਟੀਮ ਸਿਮਰਨ ਜੀ ਉਹਨਾਂ ਨਾਲ ਕੰਟੈਕਟ ਕਰਦੀ ਹੈ ਦੁਬਾਰਾ, ਆਪਾਂ ਗੱਲ ਕਰਾਂਗੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਕੌਣ ਬੋਲ ਰਹੇ ਹੋ ਜੀ? ਮੈਂ ਜਸਵਿੰਦਰ ਕੌਰ ਬੋਲਦੀ ਹਾਂ। ਹਾਂਜੀ ਬੋਲਦੀ ਹੁੰਦੀ ਤੁਹਾਡੇ ਪ੍ਰੋਗਰਾਮ। ਹਾਂਜੀ ਜਸਵਿੰਦਰ ਭੈਣ ਜੀ, ਕੀ ਹਾਲ ਚਾਲ ਹੈ ਤੁਹਾਡਾ? ਵਧੀਆ ਹਾਲ ਚਾਲ, ਤੁਹਾਨੂੰ ਸੁਣ ਲਿਆ ਖੁਸ਼ ਹੋ ਗਏ। ਥੈਂਕ ਯੂ ਜੀ, ਬੜੇ ਲੰਬੇ ਸਮੇਂ ਬਾਅਦ ਸਾਡੇ ਨਾਲ ਤੁਸੀਂ ਅੱਜ ਕਾਲ ਤੇ ਆਏ ਹੋ। ਮੈਂ ਅੱਜ ਉਸ ਘਰ ਨਹੀਂ ਹੈਗੀ, ਮੈਂ ਆਪਣੇ ਮੁੰਡੇ ਦੇ ਘਰ ਗਈ ਹੋਈ ਹਾਂ ਤਾਂ ਕਰਕੇ, ਹੈ ਨਾ। ਤੇ ਇੱਥੇ ਮੈਂ ਕੁਆਇਟ ਸੌਂਦੀ ਹੁੰਦੀ, ਫਿਰ ਇੱਥੇ ਕਈ ਵਾਰ ਬੱਚੇ ਟੀਵੀ ਤੇ ਆਪਣੇ ਹੁਣ ਵੀ ਲੱਗਾ ਹੈ ਨਾ, ਤਾਂ ਉਹ ਬੱਚੇ ਆਪਣੇ ਮੈਚ ਵਗੈਰਾ ਦੇਖਦੇ ਰਹਿੰਦੇ, ਤਾਂ ਉਹ ਕਰਕੇ ਕਾਲਜ ਨਹੀਂ ਬੋਲਦੀ, ਹੈ ਨਾ। ਤੇ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਪ੍ਰੋਗਰਾਮ ਵਿੱਚ? ਮੈਂ ਸੁਣਦੀ ਹੁੰਦੀ ਤੇ ਮੈਂ ਇਹ ਕਹਿਣਾ, ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਇਸ ਭੈਣ ਦਾ, ਇਹਨੇ ਦਿਲ ਤੋਂ ਸ਼ਾਇਰੀ ਲਿਖੀ ਹੋਈ ਆ ਜਿੱਦਾਂ, ਹੈ ਨਾ। ਸ਼ਿਵ ਕੁਮਾਰ ਬਟਾਲਵੀ ਦੇ ਮਤਲਬ ਦੇ ਇਹਨੇ ਜਿੱਦਾਂ ਉਹਨੇ ਵੀ ਦੁੱਖ ਵਿੱਚ ਉਹਦੀ ਵੀ ਸਾਰੀ ਸੈਡ ਸ਼ਾਇਰੀ ਆ, ਪਰ ਹਰ ਚੀਜ਼ ਤੇ ਉਹਨਾਂ ਨੇ ਲਿਖਿਆ ਆ, ਕੁਦਰਤ ਤੇ ਵੀ ਉਹਨਾਂ ਨੇ ਲਿਖਿਆ ਆ। ਜਿੱਦਾਂ ਆਟੇ ਦੀਆਂ ਚਿੜੀਆਂ, ਹੈ ਨਾ, ਉਹਨਾਂ ਦੀ ਬੋਕਿਆਂ ਨਾਲ ਪੜ੍ਹੀ ਸੀ ਛੋਟੀ ਹੁੰਦੀ ਨੇ ਜਿੱਦਾਂ, ਹੈ ਨਾ। ਤੇ ਹੁਣ ਇਹਨਾਂ ਦੀ ਵੀ ਜਦੋਂ ਇਹਨਾਂ ਨੇ ਹੁਣ ਕਵਿਤਾ ਪੜ੍ਹੀਆਂ ਆ, ਜਿੰਨੀਆਂ ਵੀ ਪੜ੍ਹੀਆਂ ਆ, ਉੱਥੋਂ ਪਤਾ ਲੱਗਦਾ ਦਿਲ ਤੋਂ ਆਪਣੀ ਬੰਦਾ ਆਪਣੀ ਲਾਈਫ ਤੋਂ ਸਿੱਖਦਾ, ਜੋ ਜਿਹੜੀ ਚੀਜ਼ ਦੇ ਵਿੱਚ ਵਿਚਰਦਾ ਬੰਦਾ ਨਾ, ਤੇ ਲਿਖਣ ਲਈ ਮਜਬੂਰ ਹੋ ਜਾਂਦਾ, ਸ਼ਾਇਦ ਕਿਸੇ ਨੂੰ ਸਮਝ ਲੱਗੇ ਇਸ ਗੱਲ ਦੀ, ਹੈ ਨਾ। ਬਹੁਤ ਵਧੀਆ ਲਿਖਦੇ ਆ ਤੇ ਉਹਨਾਂ ਦੀ ਬਹੁਤ ਸ਼ੁਕਰਗੁਜ਼ਾਰ ਆ ਮੈਂ, ਤੇ ਹੈ ਨਾ, ਤੇ ਬਹੁਤ ਵਧੀਆ ਕੈਰੀ ਔਨ ਰੱਖਣ, ਹੈ ਨਾ। ਤੇ ਨਾਈਸ ਲੱਗਦਾ, ਕਿਸੇ ਨੂੰ ਤਾਂ ਸਮਝ ਲੱਗੂ, ਹਜ਼ਾਰਾਂ ਲੋਕਾਂ ਨੂੰ ਪੜ੍ਹ ਕੇ ਜਿਹੜੇ ਏਦਾਂ ਦੇ ਪੋਜੀਸ਼ਨ ਬਣਾਉਂਦੇ ਆ, ਇਨਸਾਨ ਨੂੰ ਏਦਾਂ ਨਿਗਾਹ ਦਿੰਦੇ ਆ, ਹੈ ਨਾ, ਔਖੇ ਟਾਈਮਾਂ ਵਿੱਚ। ਤੇ ਤੁਸੀਂ ਕੀ ਸੁਣਾਉਣਾ ਚਾਹੋਗੇ ਅੱਜ? ਮੈਂ ਇਹ ਕਹਿਣਾ ਚਾਹੂੰਗੀ ਕਿ ਬਾਬਾ ਨਾਨਕ ਜੀ ਦਾ ਜਨਮ ਦਿਨ ਆਉਣ ਲੱਗਾ ਆ, ਤੇ ਮੈਂ ਬਾਬਾ ਜੀ ਨਾਨਕ ਜੀ ਦੇ ਜਨਮ ਦਿਨ ਤੇ ਥੋੜੇ ਵਰਡ ਬੋਲੂ। ਮੇਰੇ ਕੋਲ ਬੁੱਕ ਤਾਂ ਹੈ ਨੀ, ਜਿੰਨੀ ਯਾਦ ਆ ਮੈਨੂੰ ਕਵਿਤਾ ਲਿਖੀ ਹੋਈ ਆ ਮੇਰੀ ਜਿੱਦਾਂ, ਉਹ ਬੋਲੂੰਗੀ, ਹੈ ਨਾ। ਆ ਜਾਓ। ਪੱਤੇ ਪੱਤੇ ਵਿੱਚ ਬਾਬਾ ਨੂਰ ਤੇਰਾ ਵੇਖਿਆ, ਕਣ ਕਣ ਬਾਣੀ ਦਾ ਸਰੂਰ ਤੇਰਾ ਵੇਖਿਆ। ਪੱਤੇ ਪੱਤੇ ਵਿੱਚ ਬਾਬਾ ਨੂਰ ਤੇਰਾ ਵੇਖਿਆ, ਕਣ ਕਣ ਬਾਣੀ ਦਾ ਸਰੂਰ ਤੇਰਾ ਵੇਖਿਆ। ਜਿੱਥੇ ਭੈਣਾਂ ਵੀਰ ਰਲ ਹੱਸ ਹੱਸ ਖੇਡਦੇ ਸੀ, ਜਿੱਥੇ ਭੈਣਾਂ ਵੀਰ ਰਲ ਹੱਸ ਹੱਸ ਖੇਡਦੇ ਸੀ, ਉੱਥੇ ਬੇਬੇ ਨਾਨਕੀ ਤੇ ਪਿਆਰ ਤੇਰਾ ਵੇਖਿਆ, ਉੱਥੇ ਬੇਬੇ ਨਾਨਕੀ ਤੇ ਪਿਆਰ ਤੇਰਾ ਵੇਖਿਆ। ਪੱਤੇ ਪੱਤੇ ਵਿੱਚ ਬਾਬਾ ਨੂਰ ਤੇਰਾ ਵੇਖਿਆ, ਕਣ ਕਣ ਬਾਣੀ ਦਾ ਸਰੂਰ ਤੇਰਾ ਵੇਖਿਆ। ਜਿੱਥੇ ਹੱਕ ਖਾਦਾ ਪਾਈ ਲਾਲੋ ਦਾਸੀ ਮਾਲਕਾਂ ਨੇ, ਜਿੱਥੇ ਹੱਕ ਖਾਦਾ ਪਾਈ ਲਾਲੋ ਦਾਸੀ ਮਾਲਕਾਂ ਨੇ, ਉੱਥੇ ਇਨਸਾਫ ਬਾਬਾ ਤੇਰਾ ਅਸੀਂ ਵੇਖਿਆ, ਉੱਥੇ ਇਨਸਾਫ ਬਾਬਾ ਤੇਰਾ ਅਸੀਂ ਵੇਖਿਆ। ਬਾਣੀ ਜਦੋਂ ਪੜ੍ਹੀ ਤੇਰੀ ਤੇਰਿਆਂ ਹੀ ਭਗਤਾਂ ਨੇ, ਬਾਣੀ ਜਦੋਂ ਪੜ੍ਹੀ ਤੇਰੀ ਤੇਰਿਆਂ ਹੀ ਭਗਤਾਂ ਨੇ, ਮੁਖੜੇ ਚੋਂ ਡੁੱਲਦਾ ਸੀ ਨੂਰ ਅਸੀਂ ਵੇਖਿਆ, ਮੁਖ ਵਿੱਚੋਂ ਡੁੱਲਦਾ ਸੀ ਨੂਰ ਅਸੀਂ ਵੇਖਿਆ। ਪੱਤੇ ਪੱਤੇ ਵਿੱਚ ਬਾਬਾ ਨੂਰ ਤੇਰਾ ਵੇਖਿਆ, ਕਣ ਕਣ ਬਾਣੀ ਦਾ
ਸਰੂਰ ਤੇਰਾ ਵੇਖਿਆ। ਜਸੀ ਮਨ ਬਾਣੀ ਨੂੰ ਵਸਾ ਜਾ ਬਾਬਾ ਨਾਨਕਾ ਜੀ। ਮਿੱਠੀ ਧੁਨ ਰਵਾਬ ਦੀ ਸੁਣਾ ਜਾ ਬਾਬਾ ਨਾਨਕਾ ਜੀ। ਜਸੀ ਮਨ ਬਾਣੀ ਨੂੰ ਵਸਾ ਜਾ ਬਾਬਾ ਨਾਨਕਾ ਜੀ। ਮਿੱਠੀ ਧੁਨ ਤੂੰ ਰਵਾਬ ਦੀ ਸੁਣਾ ਜਾ ਬਾਬਾ ਨਾਨਕਾ ਜੀ। ਬਾਕੀ ਸੰਸਾਰ ਤੇਰਾ ਝੂਠ ਸਭ ਦੇਖਿਆ। ਬਾਕੀ ਸੰਸਾਰ ਤੇਰਾ ਝੂਠ ਸਭ ਦੇਖਿਆ। ਪੱਤੇ ਪੱਤੇ ਵਿੱਚ ਬਾਬਾ ਨੂਰ ਤੇਰਾ ਵੇਖਿਆ। ਕਣ ਕਣ ਵਾਣੀ ਦਾ ਸਰੂਰ ਤੇਰਾ ਵੇਖਿਆ। ਥੈਂਕ ਯੂ ਭਾਜੀ ਟਾਈਮ ਦੇਣ ਵਾਸਤੇ। ਇਸ ਭੈਣ ਨੂੰ ਮੇਰੀ ਗਲਵੱਕੜੀ ਪਾ ਕੇ ਥੈਂਕ ਯੂ ਜੀ ਨੇ ਇੰਨੀਆਂ ਵਧੀਆ ਕਵਿਤਾਵਾਂ ਇੰਨੀਆਂ ਵਧੀਆ ਰਚਨਾ ਲਿਖੀਆਂ ਜੀ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨਾਲ ਕੰਟੈਕਟ ਕਰਨ ਦੀ, ਜੇ ਹੋ ਜਾਂਦਾ ਤਾਂ ਜ਼ਰੂਰ ਅਸੀਂ ਉਹਨਾਂ ਨਾਲ ਦੁਬਾਰਾ ਲੈ ਕੇ ਆਵਾਂਗੇ ਇਹਦੇ ਪਰ ਸਕਰੀਨ ਤੇ। ਸੋ ਤੁਸੀਂ ਜ਼ਰੂਰ ਸੁਣੋਗੇ ਇਹਨਾਂ ਨਾਲ ਵੀ। ਬਹੁਤ ਬਹੁਤ ਧੰਨਵਾਦ ਭੈਣ ਜੀ ਤੁਹਾਡਾ। ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ। ਸੋ ਇਹ ਸਾਡੇ ਜਸਵਿੰਦਰ ਭੈਣ ਜੀ ਸੀ ਜੋ ਕਾਫੀ ਸਮੇਂ ਤੋਂ ਬਾਅਦ ਸਾਡੇ ਨਾਲ ਅੱਜ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਹੈ। ਪਤਾ ਨਹੀਂ ਸਾਡੀ ਟੈਕਨੀਕਲ ਟੀਮ ਉਹਨਾਂ ਨਾਲ ਕੰਟੈਕਟ ਕਰ ਪਾ ਰਹੀ ਹੈ ਕਿ ਨਹੀਂ, ਪਰ ਪ੍ਰੋਗਰਾਮ ਤਾਂ ਚਲੋ ਪ੍ਰੋਗਰਾਮ ਟਾਈਮ ਵੀ ਵੈਸੇ ਹੋ ਰਿਹਾ ਸੀਗਾ, ਲੇਕਿਨ ਕੋਸ਼ਿਸ਼ ਕਹਿ ਰਹੇ ਕਿ ਕਰ ਰਹੇ ਨੇ ਅਸੀਂ ਉਹਨਾਂ ਨਾਲ ਦੁਬਾਰਾ ਸੰਪਰਕ ਕਰਨ ਦੀ। ਸ਼ਾਇਦ ਜੇ ਹੋ ਗਿਆ ਤਾਂ ਜ਼ਰੂਰ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਹੋਰ ਇਹਦੇ ਨਾਲ। ਅਤੇ ਗੱਲ ਚੱਲ ਰਹੀ ਸੀਗੀ ਇਸ ਤੋਂ ਪਹਿਲਾਂ ਕਿ ਜਿਸ ਤਰ੍ਹਾਂ ਹੁਣ ਉਹਨਾਂ ਨੇ ਗੱਲ ਕੀਤੀ ਸੀਗੀ ਕਿ ਪਿਆਰ ਦੇ ਕਈ ਰੂਪ ਹੁੰਦੇ ਹੈ। ਕਿਸੇ ਨਾਲ ਵੀ ਅਸੀਂ ਉਹ ਕਰ ਸਕਦੇ ਨੇ, ਮਾਂ ਨਾਲ, ਭਰਾ ਨਾਲ, ਭੈਣ ਨਾਲ, ਬੱਚਿਆਂ ਨਾਲ, ਜਾਨਵਰਾਂ ਨਾਲ, ਕਈ ਤਰ੍ਹਾਂ ਦੇ ਰੂਪ ਹੁੰਦੇ ਨੇ। ਔਰ ਵਾਕਈ ਜਦੋਂ ਕਿਸੇ ਨਾਲ ਪਿਆਰ ਹੁੰਦਾ ਨਾ ਤਾਂ ਉਹ ਪਿਆਰ ਪਿਆਰ ਵਿੱਚ ਤੁਹਾਨੂੰ ਰੱਬ ਨਜ਼ਰ ਆਉਂਦਾ ਜੇ ਸੱਚਾ ਪਿਆਰ ਹੈ ਤੁਹਾਡਾ। ਔਰ ਕਣ ਕਣ ਵਿੱਚ ਜਿਹੜਾ ਕਹਿੰਦੇ ਨੇ ਰੱਬ ਵਸਦਾ, ਅਤੇ ਵਾਕਈ ਉਹਨਾਂ ਦੇ ਨਾਲ ਜਿਹੜੀ ਜ਼ਿੰਦਗੀ ਹੈ ਪਿਆਰ ਵੱਲ ਜੇ ਆਪਾਂ ਲੈ ਕੇ ਚੱਲੀਏ ਤਾਂ ਪਿਆਰ ਦੇ ਨਾਲ ਹੀ ਜ਼ਿੰਦਗੀ ਨਿਕਲਦੀ ਹੈ। ਕਿਉਂਕਿ ਨਫ਼ਰਤ ਦਾ ਤਾਂ ਹੁਣ ਟਾਈਮ ਰਿਹਾ ਨਹੀਂ ਹੈਗਾ ਕਿ ਸਾਡੀ ਜ਼ਿੰਦਗੀ ਵਿੱਚ। ਕਹਿੰਦੇ ਨਾ ਜ਼ਿੰਦਗੀ 4 ਦਿਨ ਦੀ ਅਤੇ 2 ਦਿਨ ਲੰਘ ਗਏ ਅਤੇ 2 ਰਹਿ ਗਏ ਆ। ਵਾਕਈ ਜਿਹੜੀ ਜ਼ਿੰਦਗੀ ਬਹੁਤ ਥੋੜ੍ਹੀ ਹੈ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਕਰੂੰਗਾ ਕਿ ਇਸ ਜ਼ਿੰਦਗੀ 'ਚ ਸਿਰਫ ਪਿਆਰ ਨਾਲ ਜੀਓ, ਹਰ ਕਿਸੇ ਨਾਲ ਪਿਆਰ ਕਰੋ। ਔਰ ਕਿਉਂਕਿ ਜ਼ਿੰਦਗੀ ਜਦੋਂ ਆਪਾਂ ਇੱਥੋਂ ਜਾਈਏ ਤਾਂ ਘੱਟੋ ਘੱਟ ਲੋਕ ਯਾਦ ਤਾਂ ਕਰਨ ਕਿ ਵਾਕਈ ਕੋਈ ਇਨਸਾਨ ਸੀ ਜੋ ਸਾਨੂੰ ਛੱਡ ਕੇ ਚਲਾ ਗਿਆ। 2 ਕੋਈ ਅੰਜੂ ਵਹਾਊਗਾ ਤਾਂ ਸ਼ਾਇਦ ਸਾਡੀ ਜ਼ਿੰਦਗੀ ਸਫਲ ਹੋ ਜਾਊਗੀ। ਸੋ ਪਿਆਰੇ ਦਰਸ਼ਕੋ, ਉੱਧਰੋਂ ਹੁਣ ਟੈਕਨੀਕਲ ਟੀਮ ਦਾ ਇਸ਼ਾਰਾ ਵੀ ਹੋ ਰਿਹਾ ਕਿ ਟਾਈਮ ਵੀ ਹੋ ਰਿਹਾ ਹੈ। ਔਰ ਮੈਨੂੰ ਲੱਗਦਾ ਕਿ ਇਹਨਾਂ ਨਾਲ ਸੰਪਰਕ ਨਹੀਂ ਹੋ ਰਿਹਾ। ਇਸ ਗੱਲ ਦੀ ਤੁਹਾਤੋਂ ਮਾਫੀ ਮੰਗਦੇ ਹਾਂ। ਔਰ ਕੋਸ਼ਿਸ਼ ਕਰਾਂਗੇ ਕਿ ਅਗਲੀ ਵਾਰੀ ਫਿਰ ਉਹਨਾਂ ਤੋਂ ਟਾਈਮ ਲੈ ਕੇ ਤੁਹਾਨੂੰ ਰੂਬਰੂ ਜ਼ਰੂਰ ਕਰਾਂਗੇ ਉਹਨਾਂ ਦੇ ਨਾਲ। ਇੱਕ ਵਾਰ ਫਿਰ ਜੋ ਰਹਿ ਗਿਆ ਅੱਜ ਦੇ ਇਸ ਪ੍ਰੋਗਰਾਮ ਵਿੱਚ ਉਹ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ। ਅਤੇ ਹੁਣ ਇਸ ਵਾਅਦੇ ਨਾਲ ਕਿ ਅਗਲੀ ਵਾਰੀ ਫਿਰ ਕਿਸੇ ਹੋਰ ਅਜ਼ੀਮ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਰੂਬਰੂ ਹੋਊਂਗਾ। ਦਿਲ ਤਾਂ ਨਹੀਂ ਕਹਿ ਰਿਹਾ ਕਹਿਣ ਦਾ ਕਿ ਮੈਂ ਪ੍ਰੋਗਰਾਮ ਖ਼ਤਮ ਕਰਾਂ, ਕਿਉਂਕਿ ਸਾਡੇ ਅੱਜ ਦੇ ਜਿਹੜੇ ਗੈਸਟ ਹੈ ਉਹ ਨਹੀਂ ਸਾਡੇ ਨਾਲ ਕੰਟੈਕਟ ਹੋ ਰਿਹਾ। ਸੋ ਇਸ ਕਰਕੇ ਹੁਣ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਕਿਉਂਕਿ ਸਮਾਂ ਵੀ ਹੋ ਗਿਆ। ਲੇਕਿਨ ਇਸ ਵਾਅਦੇ ਨਾਲ ਫਿਰ ਕਿ ਅਗਲੀ ਵਾਰੀ ਜ਼ਰੂਰ ਕਿਸੇ ਵਧੀਆ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਰੂਬਰੂ ਹੋਊਂਗਾ। ਤਦ ਤੱਕ ਲਈ ਤੁਸੀਂ ਆਪਣਾ ਬਹੁਤ ਸਾਰਾ ਖਿਆਲ ਰੱਖਣਾ, ਆਪਣੀ ਦੁਆਵਾਂ 'ਚ ਮੈਨੂੰ ਯਾਦ ਰੱਖਣਾ। ਰੱਬ ਰਾਖਾ।